ਦੀ ਕੋਸ਼ਿਸ਼ ਨਹੀਂ ਕਰਦੇ ਉਦੋਂ ਤੱਕ ਅਸੀਂ ਕਨਫਿਊਜ਼ਡ ਰਵਾਂਗੇ। ਹੋ ਸਕਦਾ ਆਪ ਜੀ ਨੂੰ ਲੱਗੇ ਕਿ ਮੈਂ ਕਈ ਗੱਲਾਂ ਬਾਰ-ਬਾਰ ਰਿਪੀਟ ਕਰ ਦਿੰਦੀ ਹਾਂ, ਪਰ ਉਹ ਰੈਪੀਟੀਸ਼ਨ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਦੇ ਪੂਰਨਿਆਂ ਨੂੰ ਸਾਨੂੰ ਬਾਰ-ਬਾਰ ਯਾਦ ਕਰਨਾ ਪਊਗਾ ਇਹ ਸਮਝਣ ਦੇ ਲਈ ਕਿ ਖਾਲਸਾ ਪੰਥ ਦੀ ਤਿਆਰੀ ਹੋਈ ਕਿੱਦਾਂ ਆ। ਜਦੋਂ ਆਪਾਂ ਗੁਰੂ ਦੇ ਘਰ ਦੇ ਵਿੱਚ ਦੇਖਾਂਗੇ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਦੇਖਾਂਗੇ ਤਾਂ ਉੱਥੇ ਫੀਮੇਲ ਫਸਟ, ਵੂਮਨ ਫਸਟ, ਗਰਲਸ ਫਸਟ, ਮੈਨ ਫਸਟ ਇਹ ਨਹੀਂ ਹੈ। ਉੱਥੇ ਮੈਨ ਐਂਡ ਵੂਮਨ ਦੋਨੋਂ ਬਰਾਬਰ ਨੇ। ਨਹੀਂ ਜੀ ਅਸੀਂ ਗੁਰੂ ਨਾਨਕ ਨਾਮ ਲੇਵਾ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਨਾਮ ਲੇਵਾ ਨਹੀਂ ਹਾਂ, ਇਹ ਵੀ ਕਈ ਲੋਕ ਬੋਲਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਾਂਗੇ ਉੱਥੇ ਖਾਲਸੇ ਦੀ ਗੱਲ ਕਰਨੀ ਪਊਗੀ, ਗੁਰੂ ਨਾਨਕ ਦੇ ਵਿੱਚ ਖਾਲਸੇ ਦੀ ਗੱਲ ਨਹੀਂ ਆਉਂਦੀ। ਇੱਥੇ ਅਸੀਂ ਇਹ ਚੀਜ਼ਾਂ ਜਿਹੜੀਆਂ ਉਹ ਖਰਾਬ ਕਰ ਲੈਂਦੇ, ਕਨਫਿਊਜ਼ ਹੋ ਜਾਂਦੇ ਹਾਂ ਕਿਉਂਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਰ ਰਹੇ ਨੇ ਬਕਾਇਦਾ ਗੁਰੂ ਨਾਨਕ ਪਾਤਸ਼ਾਹ ਨੇ ਹੀ ਹੁਕਮਾਂ ਦੇ ਉੱਤੇ ਉਹ ਪਹਿਰਾ ਦੇ ਰਹੇ ਨੇ। ਗੁਰੂ ਦੇ ਘਰ 'ਚ ਆ ਕੇ ਵੀ ਸਿਕਿਉਰਿਟੀ ਦੀ ਲੋੜ ਹੈ, ਉਹ ਬਾਹਰ ਰਹਿਣ। ਉਹਨਾਂ ਨੂੰ ਗੁਰੂ ਦੇ ਘਰ 'ਚ ਆਉਣ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਜੇ ਤੁਸੀਂ ਗੁਰੂ ਦੇ ਘਰ 'ਚ ਆ ਗਏ ਆ, ਜੇ ਤੁਹਾਨੂੰ ਇਹੀ ਭਰੋਸਾ ਨਹੀਂ ਕਿ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਆ ਕੇ ਵੀ ਤੁਹਾਨੂੰ ਦੁਨਿਆਵੀ ਸਿਕਿਉਰਿਟੀ ਦੀ ਲੋੜ ਹੈ, ਤੁਹਾਨੂੰ ਗੁਰੂ ਤੇ ਭਰੋਸਾ, ਤੁਸੀਂ ਲੈਣ ਕੀ ਆਉਣੇ ਆ। ਵਰਲਡਸ ਨੰਬਰ 1 ਸਿੱਖ ਮੀਡੀਆ ਅਕਾਲ ਚੈਨਲ ਦਾ ਸਿੱਖੀ ਤੇ ਆਧਾਰਿਤ ਬੇਹੱਦ ਹੀ ਹਰਮਨ ਪਿਆਰਾ ਪ੍ਰੋਗਰਾਮ ਕਿਰਦਾਰੇ ਖਾਲਸਾ ਅਕਾਲ ਚੈਨਲ ਦੇ ਨਾਲ ਹੁਣ ਪੋਡਕਾਸਟ ਦੇ ਹੋਰ ਨੈਟਵਰਕਸ ਸਪੋਟੀਫਾਈ, ਗੂਗਲ ਪੋਡਕਾਸਟ, ਐਮਾਜ਼ਨ ਆਡੀਬਲ ਅਤੇ ਐਪਲ ਪੋਡਕਾਸਟ ਤੇ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਪਿਛਲੇ ਜਿਹੜੇ ਐਪੀਸੋਡਸ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ, ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦੀ ਲਾਈਫ ਨੂੰ ਡਿਸਕਸ ਕਰਦੇ ਹੋਏ ਗੁਰਬਾਣੀ ਦੇ ਸੰਦਰਭ ਦੇ ਵਿੱਚ ਜਾਂ ਕਹਿ ਲਈਏ ਕਿ ਗੁਰਬਾਣੀ ਦੇ ਚਾਨਣ ਦੇ ਵਿੱਚ ਉਹਨਾਂ ਦੀ ਲਾਈਫ ਨੂੰ ਸਮਝਦੇ ਹੋਏ ਆਪਾਂ ਇਸ ਗੱਲ ਨੂੰ ਅੱਗੇ ਵਧਾ ਰਹੇ ਸੀਗੇ ਕਿ ਆਪਾਂ ਉਹਨਾਂ ਕੋਲੋਂ ਕੀ ਸਿੱਖ ਸਕਦੇ ਹਾਂ। ਔਰ ਇੱਕ ਗੱਲ ਇਹ ਕਿ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਨੂੰ, ਜਿਹੜਾ ਉਹਨਾਂ ਦਾ ਇੱਕ ਖਾਲਸੇ ਦੀ ਸਿਰਜਣਾ ਦਾ ਮਿਸ਼ਨ ਜੋ ਗੁਰੂ ਨਾਨਕ ਪਾਤਸ਼ਾਹ ਦਾ ਸੀ, ਉਸ ਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਸ਼ੇਪ ਦਿੱਤੀ ਆ। ਕਿਉਂਕਿ ਬਾਰ-ਬਾਰ ਮੈਂ ਇਹ ਗੱਲ ਕਰ ਚੁੱਕੀ ਹਾਂ ਕਿ ਜਦੋਂ ਤੱਕ ਆਪਾਂ ਹਿਸਟਰੀ ਨੂੰ ਕੰਟੀਨਿਊਟੀ ਵਿੱਚ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਉਦੋਂ ਤੱਕ ਅਸੀਂ ਕਨਫਿਊਜ਼ਡ ਰਵਾਂਗੇ। ਉਦੋਂ ਤੱਕ ਜਦੋਂ ਅਸੀਂ ਸਾਰੇ ਇਵੈਂਟਸ ਨੂੰ, ਇਨਸੀਡੈਂਟਸ ਨੂੰ ਜਿਹੜੇ ਹੈਗੇ ਆ ਉਹ ਆਈਸੋਲੇਸ਼ਨ ਦੇ ਵਿੱਚ ਦੇਖਦੇ ਹਾਂ, ਕੱਲਾ ਕਰਕੇ ਦੇਖਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੁਝ ਕੀਤਾ, ਉਹਨਾਂ ਨੂੰ ਵੱਖਰਾ ਕਰ ਲਿਆ, ਗੁਰੂ ਅੰਗਦ ਦੇਵ ਮਹਾਰਾਜ ਨੂੰ ਵੱਖਰਾ ਕਰ ਲਿਆ, ਗੁਰੂ ਅਮਰਦਾਸ ਪਾਤਸ਼ਾਹ ਨੂੰ ਵੱਖਰਾ ਕਰ ਲਿਆ, ਸਾਡੇ ਪੱਲੇ ਕੁਝ ਨਹੀਂ ਪੈਣਾ। ਸੋ ਅਗਰ ਅਸੀਂ ਵਾਕਈ ਹੀ ਸਿੱਖ ਇਤਿਹਾਸ ਨੂੰ, ਸਿੱਖ ਫਲਸਫੇ ਨੂੰ, ਗੁਰਬਾਣੀ ਦੀ ਗੁਰਮਤ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਇਹਨੂੰ ਕੰਟੀਨਿਊਟੀ ਵਿੱਚ ਦੇਖਣਾ ਪਊਗਾ। ਪਿਛਲੇ ਜਿਹੜੇ ਐਪੀਸੋਡ ਆਪਾਂ ਕੀਤੇ ਨੇ ਉਹਨਾਂ ਵਿੱਚ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਵੱਲੋਂ ਜਿਹੜੇ ਮੰਜੇ ਤੇ ਪੀੜ੍ਹੀਆਂ ਸਥਾਪਿਤ ਕੀਤੇ ਗਏ ਉਹਨਾਂ ਦੇ ਬਾਰੇ ਆਪਾਂ ਜ਼ਿਕਰ ਕਰ ਰਹੇ ਸੀਗੇ। ਔਰ ਉਹਦੇ ਵਿੱਚ ਹੀ ਆਪਾਂ ਇਹ ਗੱਲ ਕੀਤੀ ਸੀ ਕਿ ਗੁਰੂ ਪਾਤਸ਼ਾਹ ਜਿਹੜੇ ਨੇ ਉਹਨਾਂ ਨੇ ਇੱਕ ਮੰਜੇ ਤੇ ਪੀੜ੍ਹੀਆਂ ਬਰਾਬਰ ਇਸਟੈਬਲਿਸ਼ ਕਰਕੇ ਇਸ ਗੱਲ ਦਾ ਉਹਨਾਂ ਨੇ ਹੋਕਾ ਦਿੱਤਾ ਕਿ ਔਰਤਾਂ ਤੇ ਆਦਮੀਆਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਹੈ, ਕੋਈ ਵਖਰੇਵਾਂ ਨਹੀਂ ਹੈ। ਇਹ ਨਹੀਂ ਹੈ ਕਿ ਔਰਤਾਂ ਘੱਟ ਕੰਮ ਕਰ ਸਕਦੀਆਂ, ਆਦਮੀ ਜ਼ਿਆਦਾ ਕੰਮ ਕਰ ਸਕਦੇ ਨੇ। ਔਰ ਇੱਥੋਂ ਹੀ ਜਿਹੜੀ ਇਕੁਐਲਿਟੀ ਹੈ ਉਹ ਗੁਰੂ ਮਹਾਰਾਜ ਨੇ ਬਕਾਇਦਾ ਉਹਨੂੰ ਡਿਵੈਲਪ ਕੀਤਾ। ਹੁਣ ਆਪਾਂ ਪਿਛਲਾ ਥੋੜ੍ਹਾ ਜਿਹਾ ਇਤਿਹਾਸ ਦੇ ਵਿੱਚ ਫਿਰ ਝਾਤ ਮਾਰੀਏ ਤਾਂ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਨੇ ਉਹ ਜਨੇਊ ਪਾਉਣ ਤੋਂ ਜਦੋਂ ਮਨਾ ਕਰਦੇ ਨੇ ਤਾਂ ਉਹ ਦੋ ਗੱਲਾਂ ਕਰਦੇ ਨੇ ਪੰਡਿਤ ਨਾਲ। ਇੱਕ ਤਾਂ ਉਹ ਇਹ ਕਹਿੰਦੇ ਨੇ ਕਿ ਜੇ ਤਾਂ ਪਹਿਲਾਂ ਤਾਂ ਮੈਨੂੰ ਇਹਦਾ ਮਤਲਬ ਦੱਸ ਕਿ ਇਸ ਜਨੇਊ ਦਾ ਮਤਲਬ ਕੀ, ਇਸ ਜਨੇਊ ਨੂੰ ਪਾਉਣ ਨਾਲ ਮੈਨੂੰ ਕੀ ਹੋ ਜਾਊਗਾ। ਤਾਂ ਪੰਡਿਤ ਜੀ ਉਹਨਾਂ ਨੂੰ ਜਵਾਬ ਦਿੰਦੇ ਨੇ ਕਿ ਤੁਸੀਂ ਹਿੰਦੂ ਧਰਮ ਦੇ ਵਿੱਚ ਆ ਜਾਓਗੇ, ਤੁਸੀਂ ਬਾਕੀਆਂ ਨਾਲੋਂ ਅਲੱਗ ਹੋ ਕੇ ਹਿੰਦੂ ਧਰਮ ਦੇ ਵਿੱਚ ਆ ਜਾਓਗੇ। ਤੇ ਗੁਰੂ ਮਹਾਰਾਜ ਅਗਲਾ ਸਵਾਲ ਜਿਹੜਾ ਕਰਦੇ ਨੇ ਕਿ ਠੀਕ ਹੈ ਫਿਰ ਬੀਬੀ ਨਾਨਕੀ ਨੂੰ ਵੀ ਪਾਇਆ ਜਾਵੇ। ਤਾਂ ਉਹ ਕਹਿੰਦੇ ਨੇ ਕਿ ਔਰਤ ਜਿਹੜੀ ਹੈ ਉਹਨੂੰ ਜਨੇਊ ਨਹੀਂ ਪਾਇਆ ਜਾ ਸਕਦਾ ਕਿਉਂਕਿ ਹਿੰਦੂ ਮਤ ਦੇ ਵਿੱਚ ਔਰਤਾਂ ਦੀ ਜਿਹੜੀ ਕੋਈ ਜਾਤ ਹੈ ਉਹ ਨਹੀਂ ਮੰਨੀ ਗਈ। ਇਹੀ ਕਾਰਨ ਹੈ ਕਿ ਜਿਹੜੀ ਸ਼ੂਦਰ ਔਰਤ ਜਿਹਨੂੰ ਸਮਝਿਆ ਜਾਂਦਾ ਸੀ ਹਿੰਦੂ ਮਤ ਦੇ ਵਿੱਚ, ਉਹ ਛਤਰੀਏ ਔਰ ਵੈਸ਼ਯ ਇਹਨਾਂ ਦੇ ਨਾਲ ਵਿਆਹ ਵੀ ਕਰ ਸਕਦੀ ਸੀ। ਪਰ ਜਿਹੜੀ ਅਪਰ ਕਾਸਟ ਦੀ, ਸੋ ਕਾਲਡ ਅਪਰ ਕਾਸਟ ਦੀ ਔਰਤ ਜਿਹੜੀ ਆ ਉਹ
ਆਪਣੇ ਤੋਂ ਨੀਵੀਂ ਕਾਸਟ ਦੇ ਵਿੱਚ ਵਿਆਹ ਨਹੀਂ ਸੀ ਕਰ ਸਕਦੀ, ਕਿਉਂਕਿ ਉਹ ਸਮਝਿਆ ਜਾਂਦਾ ਸੀਗਾ ਕਿ ਇਹ ਔਰਤ ਦੀ ਤਾਂ ਕੋਈ ਜਾਤ ਨਹੀਂ ਹੁੰਦੀ, ਉਹ ਜਿਹਦੇ ਵਿੱਚ ਵਿਆਹੀ ਗਈ ਉਹੀ ਉਹਦੀ ਜਾਤ ਹੋ ਜਾਣੀ ਆ। ਸੋ ਜਿਹੜੀ ਸ਼ੂਦਰ ਔਰਤ ਹੈ, ਅਗਰ ਉਹ ਅਪਰ ਕਾਸਟ ਦੇ ਵਿੱਚ ਵਿਆਹੀ ਜਾਊਗੀ ਤਾਂ ਫਿਰ ਉਹ ਅਪਰ ਕਾਸਟ ਦੀ ਹੋ ਜਾਊਗੀ। ਸੋ ਔਰਤ ਦੀ ਆਪਣੀ ਕੋਈ ਆਈਡੈਂਟੀਟੀ ਨਹੀਂ ਹੁੰਦੀ। ਇਸ ਕਰਕੇ ਜਦੋਂ ਉਹ ਕਹਿੰਦੇ ਨੇ ਕਿ ਨਹੀਂ ਜੀ ਇਹਨਾਂ ਨੂੰ ਤਾਂ ਨਹੀਂ ਪਾਇਆ ਜਾ ਸਕਦਾ, ਤਾਂ ਗੁਰੂ ਮਹਾਰਾਜ ਜਵਾਬ ਦਿੰਦੇ ਨੇ ਕਿ ਜਿਹੜਾ ਧਰਮ ਮੇਰੀ ਭੈਣ ਨੂੰ ਅਪਣਾ ਨਹੀਂ ਸਕਦਾ, ਜਿਸ ਧਰਮ ਦੇ ਵਿੱਚ ਮੇਰੀ ਭੈਣ ਨਹੀਂ ਆ ਸਕਦੀ, ਉਸ ਧਰਮ ਦੇ ਵਿੱਚ ਮੇਰਾ ਵੀ ਕੋਈ ਕੰਮ ਨਹੀਂ, ਇਸ ਕਰਕੇ ਮੈਂ ਜਨੇਊ ਨਹੀਂ ਪਾਉਣਾ। ਹੁਣ ਇਹ ਦੋਨੋਂ ਹੀ ਗੱਲਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬੜੀਆਂ ਸਿੰਬੋਲਿਕ ਵੀ ਨੇ, ਸਾਡੇ ਸਮਝਣ ਯੋਗ ਵੀ ਨੇ। ਇੱਥੇ ਗੱਲ ਸਿਰਫ ਜਿਹੜੀ ਉਹ ਇੱਕ ਭੈਣ ਦੀ ਨਹੀਂ ਹੋ ਰਹੀ। ਗੁਰੂ ਨਾਨਕ ਪਾਤਸ਼ਾਹ ਬੇਬੇ ਨਾਨਕੀ ਦੇ ਥਰੂ, ਕਿਉਂਕਿ ਉਹੀ ਉਹਨਾਂ ਦੀ ਭੈਣ ਹੈ ਉਸ ਟਾਈਮ ਦੇ ਉੱਤੇ, ਬਾਇਓਲੋਜੀਕਲ ਸਿਸਟਰ, ਆਪਣੀ ਭੈਣ ਦੇ ਥਰੂ ਉਹ ਸਮੁੱਚੀ ਜਿਹੜੀ ਔਰਤ ਜਗਤ ਹੈ, ਜਿਹਨੂੰ ਆਪਾਂ ਕਹਿ ਸਕਦੇ ਸਮੁੱਚੀ ਔਰਤ ਜਿਹੜੀ ਇੱਕ ਸੁਸਾਇਟੀ ਹੈ, ਫੀਮੇਲ ਸੁਸਾਇਟੀ ਜਿਹੜੀ ਹੈ, ਉਹਨਾਂ ਸਾਰਿਆਂ ਵਾਸਤੇ ਆਵਾਜ਼ ਬੁਲੰਦ ਕਰ ਰਹੇ ਨੇ। ਉਹ ਬਕਾਇਦਾ ਉੱਥੇ ਉਹਨਾਂ ਸਾਰਿਆਂ ਦੇ ਲਈ ਹੀ ਇਕੁਐਲਿਟੀ ਦੀ ਮੰਗ ਕਰ ਰਹੇ ਨੇ ਕਿ ਜੇਕਰ ਮੈਂ ਕੁਝ ਕਰ ਸਕਦਾ ਹਾਂ ਤਾਂ ਔਰਤ ਵੀ ਕਰ ਸਕਦੀ ਹੈ। ਔਰ ਇਸੇ ਚੀਜ਼ ਨੂੰ ਜਦੋਂ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਜਿਹੜਾ ਉਹਨਾਂ ਦਾ ਇੱਕ ਜਦੋਂ ਆਰਗੇਨਾਈਜੇਸ਼ਨ ਹੈ, ਤਾਂ ਉਹਦੇ ਵਿੱਚ ਮਾਤਾ ਖੀਵੀ ਜੀ ਬਕਾਇਦਾ ਘੁੰਡ ਤੋਂ ਬਾਹਰ ਆ ਕੇ, ਕਿਉਂਕਿ ਉਹਨਾਂ ਵੇਲੇ ਆਪਾਂ ਇਸ ਗੱਲ ਨੂੰ ਸਮਝਦੇ ਜਾਈਏ ਕਿ ਆਪਾਂ ਕਿੰਨਾ ਵੇਲਿਆਂ ਦੀ ਗੱਲ ਕਰ ਰਹੇ ਹਾਂ। ਉਹਨਾਂ ਵੇਲਿਆਂ ਦੇ ਵਿੱਚ ਔਰਤਾਂ ਘੁੰਡ ਤੋਂ ਬਾਹਰ ਨਹੀਂ ਸੀ ਆਉਂਦੀਆਂ, ਔਰਤਾਂ ਬਗਾਨੇ ਆਦਮੀ ਨਾਲ ਗੱਲ ਨਹੀਂ ਸੀ ਕਰਦੀਆਂ। ਬਕਾਇਦਾ ਜੇਕਰ ਕੋਈ, ਮੈਂ ਪਹਿਲਾਂ ਵੀ ਗੱਲ ਕਰ ਚੁੱਕੀ ਹਾਂ ਕਿ ਜਦੋਂ ਕਿ ਕੋਈ ਅਗਰ ਦਰਵਾਜ਼ਾ ਵੀ ਖੜਕਾਉਂਦਾ ਹੈ ਤਾਂ ਕਈ ਮੁਸਲਮਾਨ ਘਰਾਂ ਦੇ ਵਿੱਚ ਔਰਤਾਂ ਇਕੱਲੀਆਂ ਜਾ ਕੇ ਉਹ ਦਰਵਾਜ਼ਾ ਵੀ ਨਹੀਂ ਸੀ ਖੋਲ੍ਹ ਸਕਦੀਆਂ। ਇਹ ਉਸ ਵੇਲੇ ਦੀ ਸਥਿਤੀ ਸੀ। ਹੁਣ ਉਸ ਸਥਿਤੀ ਦੇ ਵਿੱਚੋਂ ਮਾਤਾ ਖੀਵੀ ਜੀ ਨਾ ਸਿਰਫ ਗੁਰੂ ਮਹਾਰਾਜ ਦੇ ਦਰਸ਼ਨਾਂ ਦੇ ਲਈ ਆਈ ਸੰਗਤ ਨਾਲ ਗੱਲਬਾਤ ਕਰਦੇ ਨੇ, ਉਹਨਾਂ ਦਾ ਸਵਾਗਤ ਕਰਦੇ ਨੇ, ਸਗੋਂ ਬਕਾਇਦਾ ਉਹਨਾਂ ਨੂੰ ਪੰਗਤ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਬਕਾਇਦਾ ਭੋਜਨ ਪਾਣੀ ਵੀ ਛਕਾਉਂਦੇ ਨੇ ਔਰ ਆਪ ਨਾਲ ਉਹ ਪਰੋਸਦੇ ਨੇ। ਸੋ ਇਹ ਸਾਰਾ ਘੁੰਡ ਤੋਂ ਬਾਹਰ ਆ ਕੇ ਆਪਣੇ ਆਪ 'ਚ ਇੱਕ ਬਹੁਤ ਵੱਡਾ ਰੈਵੋਲਿਊਸ਼ਨਰੀ ਸਟੈਪ ਸੀਗਾ। ਪਰ ਇਹ ਗੁਰੂ ਨਾਨਕ ਪਾਤਸ਼ਾਹ ਦੀ ਹੀ ਜਿਹੜਾ ਉਹਨਾਂ ਦਾ ਇੱਕ ਮਿਸ਼ਨ ਹੈ, ਉਹਦੀ ਹੀ ਕੰਟੀਨਿਊਟੀ ਹੈ। ਸਮਝੀਏ ਇਸ ਗੱਲ ਨੂੰ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਬਕਾਇਦਾ ਜਿਹੜਾ ਜਨੇਊ ਹੈ ਉਹਨੂੰ ਨਾ ਪਾਉਣ ਦਾ ਇੱਕ ਵੱਡਾ ਕਾਰਨ ਇਹ ਦੱਸਦੇ ਨੇ ਕਿ ਮੇਰੀ ਭੈਣ ਕਿਉਂਕਿ ਇਹਦੇ ਵਿੱਚ ਨਹੀਂ ਆ ਸਕਦੀ ਇਸ ਧਰਮ ਵਿੱਚ, ਇਸ ਕਰਕੇ ਮੈਂ ਇਹਨੂੰ ਮਨਾ ਕਰਦਾ, ਮੈਂ ਜਨੇਊ ਨਹੀਂ ਪਾਊਂਗਾ ਕਿਉਂਕਿ ਉੱਥੇ ਮੇਰੀ ਭੈਣ ਨੂੰ ਇਕੁਐਲਿਟੀ ਨਹੀਂ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਮਾਤਾ ਖੀਵੀ ਦੇ ਰੂਪ ਦੇ ਵਿੱਚ ਬਕਾਇਦਾ ਉਸ ਸਮੇਂ ਦੇ ਸਿਸਟਮ ਨੂੰ ਚੈਲੰਜ ਕਰਦੇ ਹੋਏ ਔਰ ਮਾਤਾ ਖੀਵੀ ਜੀ ਜਿਹੜੇ ਹੈ ਉਹ ਬਕਾਇਦਾ ਉਹਨਾਂ ਦਾ ਸਾਥ ਦਿੰਦੇ ਹੋਏ ਉਹਨੂੰ ਅੱਗੇ ਚਲਾਉਂਦੇ ਨੇ। ਤੀਸਰੇ ਪਾਤਸ਼ਾਹ ਦੀ ਜਦੋਂ ਆਪਾਂ ਗੱਲ ਕਰਾਂਗੇ ਤਾਂ ਉਹਨਾਂ ਨੇ ਬਕਾਇਦਾ ਜਦੋਂ ਮੰਜੇ ਤੇ ਪੀੜ੍ਹੀਆਂ ਇਸਟੈਬਲਿਸ਼ ਕਰਦੇ ਨੇ ਤਾਂ ਉਹ ਉਸੇ ਹੀ ਫਲਸਫੇ ਦੇ ਵਿੱਚੋਂ ਗੱਲ ਨਿਕਲੀ ਹੋਈ ਹੈ, ਉਹਨਾਂ ਹੀ ਪੂਰਨਿਆਂ ਤੇ ਚੱਲਦੇ ਹੋਏ ਕਰਦੇ ਨੇ ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਨੇ ਕਿਹਾ ਹੈ ਕਿ ਜਿਹੜੇ ਧਰਮ ਦੇ ਵਿੱਚ ਮੇਰੀ ਭੈਣ ਦੇ ਲਈ ਬਰਾਬਰ ਜਗ੍ਹਾ ਨਹੀਂ, ਉਹ ਮੇਰਾ ਧਰਮ ਨਹੀਂ। ਹੁਣ ਜੇਕਰ ਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਸਿਰਫ ਮੰਜੇ ਇਸਟੈਬਲਿਸ਼ ਕਰਦੇ ਤੇ ਪੀੜੇ ਨਾ ਇਸਟੈਬਲਿਸ਼ ਕਰਦੇ ਤਾਂ ਫਿਰ ਗੱਲ ਉੱਥੇ ਹੀ ਆ ਜਾਣੀ ਸੀ। ਪਰ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਤਾਂ ਗੁਰੂ ਨਾਨਕ ਹੀ ਹੈ, ਗੁਰੂ ਨਾਨਕ ਦੀ ਹੀ ਜੋਤ ਹੈ ਗੁਰੂ ਅਮਰਦਾਸ ਮਹਾਰਾਜ, ਤਾਂ ਉਹ ਜਦੋਂ ਉਹਦੇ ਵਿੱਚ ਹੀ ਹੁਣ ਉੱਥੇ ਜਾ ਕੇ ਜਦੋਂ ਉਹ ਕੰਮ ਕਰਨਗੇ ਤਾਂ ਉਹ ਮੰਜੇ ਵੀ ਬਰਾਬਰ ਸਥਾਪਿਤ ਕਰਨਗੇ ਤੇ ਪੀੜ੍ਹੀਆਂ ਵੀ। ਹੁਣ ਪੀੜ੍ਹੀਆਂ ਦੇ ਵਿੱਚ ਤੇ ਮੰਜਿਆਂ ਦੇ ਵਿੱਚ ਕੋਈ ਖਾਸ ਫਰਕ ਨਹੀਂ, ਉਹਨਾਂ ਨੇ ਕੋਈ ਫਰਕ ਨਹੀਂ ਰੱਖਿਆ। ਬਰਾਬਰ ਦੋਨਾਂ ਦੀ ਰਿਸਪੌਂਸਿਬਿਲਿਟੀਜ਼ ਨੇ ਤੇ ਬਰਾਬਰ ਰਾਈਟਸ ਨੇ, ਦੋਨਾਂ ਦੇ ਬਰਾਬਰ ਹੱਕ ਨੇ ਤੇ ਦੋਨਾਂ ਨੂੰ ਬਰਾਬਰ ਹੀ ਕੰਮ ਕਰਨਾ, ਉਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਬਰਾਬਰ ਨੇ। ਜਿਹੜਾ ਆਪਾਂ ਅੱਜ ਦਾ ਜਿਹੜਾ ਫੈਮਿਨਿਜ਼ਮ ਹੈ, ਕਿਉਂਕਿ ਅੱਜ ਕੱਲ੍ਹ ਇੱਕ ਹੋਰ ਵਰਡ ਬੜਾ ਫੇਮਸ ਹੈ ਸੀਡੋ ਫੈਮਿਨਿਜ਼ਮ। ਉਹ ਸੀਡੋ ਫੈਮਿਨਿਜ਼ਮ ਕਿਉਂ ਹੈ? ਕਿਉਂਕਿ ਜਦੋਂ ਤਾਂ ਗੱਲ ਆਉਂਦੀ ਹੈ ਬਰਾਬਰ ਹੱਕਾਂ ਦੀ, ਉਦੋਂ ਬਹੁਤ ਸਾਰੀਆਂ ਔਰਤਾਂ, ਮੈਂ ਸਾਰੀਆਂ ਨੂੰ ਨਹੀਂ ਕਹਿੰਦੀ, ਬਹੁਤ ਸਾਰੀਆਂ ਔਰਤਾਂ ਕਹਿੰਦੀਆਂ ਕਿ ਸਾਨੂੰ ਹੱਕ ਬਰਾਬਰ ਹੋਣੇ ਚਾਹੀਦੇ ਆ। ਜਦੋਂ ਗੱਲ ਆਉਂਦੀ ਹੈ ਜ਼ਿੰਮੇਵਾਰੀ ਦੀ ਤਾਂ ਬਹੁਤ ਸਾਰੀਆਂ ਔਰਤਾਂ ਕਹਿੰਦੀਆਂ ਇਹ ਮੇਰੀ ਜ਼ਿੰਮੇਵਾਰੀ ਨਹੀਂ, ਤਾਂ ਆਦਮੀ ਦੀ ਜ਼ਿੰਮੇਵਾਰੀ ਹੈ। ਸੋ ਉੱਥੇ ਜਿਹੜਾ ਅੱਜ ਕੱਲ੍ਹ ਜਿਹੜਾ ਇੱਕ ਆਵਾਜ਼ ਨਵੀਂ ਉੱਠ ਰਹੀ ਹੈ ਨਾ, ਇੰਟਰਨੈਸ਼ਨਲ ਮੈਨਸ ਡੇ ਵੀ ਹੋਣਾ ਚਾਹੀਦਾ ਆ, ਉੱਥੇ ਉਹ ਗੱਲ ਕਲੀਅਰ ਹੋ ਜਾਂਦੀ ਆ। ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਰਾਈਟ ਦਿਓਗੇ ਤਾਂ ਉਹਨੂੰ ਰਿਸਪੌਂਸਿਬਿਲਿਟੀਜ਼ ਵੀ ਲੈਣੀਆਂ ਪੈਣਗੀਆਂ, ਰਾਈਟਸ ਦੇ ਨਾਲ ਡਿਊਟੀਜ਼ ਵੀ ਆਉਂਦੀਆਂ ਨੇ। ਪਰ ਬਹੁਤਾਤ ਦੇ ਵਿੱਚ ਲੋਕ ਕੀ ਕਰਦੇ ਨੇ ਕਿ ਇੱਕ ਤਬਕੇ ਨੂੰ ਸਿਰਫ ਰਾਈਟਸ ਦੇ ਦਿੰਦੇ ਨੇ, ਉਹਨਾਂ ਨੂੰ ਡਿਊਟੀਜ਼ ਤੋਂ ਵਾਂਝੇ ਕਰ ਦਿੰਦੇ ਨੇ, ਪ੍ਰੋਬੇਬਲੀ ਟੂ ਬੀ ਪੋਲੀਟੀਕਲੀ ਕਰੈਕਟ, ਕਿਉਂਕਿ ਉਹਨਾਂ ਨੂੰ ਪੋਲੀਟੀਕਲੀ ਕਰੈਕਟ ਹੋਣਾ ਬੜਾ ਜ਼ਰੂਰੀ ਹੈ।
ਇਹਦੇ ਇੱਕ ਬੜਾ ਆਪਣੇ ਆਪ 'ਚ ਇੱਕ ਬਹੁਤ ਲੰਬਾ ਔਰ ਬੜਾ ਵਿਸ਼ਾਲ ਟੌਪਿਕ ਹੈ, ਇਹਦੇ ਉੱਤੇ ਜਿੰਨੀ ਮਰਜ਼ੀ ਆਪਾਂ ਗੱਲ ਕਰ ਸਕਦੇ ਹਾਂ, ਪਰ ਆਪਾਂ ਇੱਥੇ ਕੁ ਜੇ ਰਹੀਏ ਕਿ ਜਦੋਂ ਆਪਾਂ ਗੁਰੂ ਦੇ ਘਰ ਦੇ ਵਿੱਚ ਦੇਖਾਂਗੇ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਦੇਖਾਂਗੇ, ਤਾਂ ਉੱਥੇ ਐਵੇਂ ਦੀ ਗੱਲ ਨਹੀਂ ਹੈ। ਉੱਥੇ ਫੀਮੇਲ ਫਸਟ, ਵੂਮਨ ਫਸਟ, ਗਰਲਸ ਫਸਟ, ਮੈਨ ਫਸਟ ਇਹ ਨਹੀਂ ਹੈ। ਉੱਥੇ ਮੈਨ ਐਂਡ ਵੂਮਨ ਦੋਨੋਂ ਬਰਾਬਰ ਨੇ। ਉੱਥੇ ਜਦੋਂ ਪੰਗਤ ਲੱਗਦੀ ਹੈ ਤਾਂ ਆਦਮੀ ਔਰਤ ਸਿਰਫ ਇਸ ਕਰਕੇ ਔਰਤਾਂ ਨੂੰ ਪਹਿਲਾਂ ਨਹੀਂ ਪਰੋਸਿਆ ਜਾਂਦਾ ਕਿ ਉਹ ਔਰਤਾਂ ਨੇ। ਉੱਥੇ ਪਹਿਲੇ ਬੰਦੇ ਤੋਂ ਸ਼ੁਰੂ ਹੁੰਦਾ ਔਰ ਉਹਦੇ ਤੋਂ ਹੀ ਪਰੋਸਣਾ ਸ਼ੁਰੂ ਹੁੰਦਾ, ਉਹ ਚਾਹੇ ਉਹ ਪਹਿਲੇ ਨੰਬਰ 'ਤੇ ਬੈਠਣ ਵਾਲਾ ਔਰਤ ਹੈ ਜਾਂ ਆਦਮੀ ਹੈ, ਡਜ਼ਨਟ ਮੈਟਰ। ਉੱਥੋਂ ਹੀ ਪਰੋਸਣਾ ਸ਼ੁਰੂ ਹੁੰਦਾ। ਇਹ ਹੈ ਇਕੁਐਲਿਟੀ। ਸਿਰਫ ਇੱਕ ਜਾਣੇ ਨੂੰ ਉੱਪਰ ਚੁੱਕ ਕੇ ਦੂਜੇ ਨੂੰ ਡਾਊਨ ਕਰਨਾ ਇਕੁਐਲਿਟੀ ਨਹੀਂ ਹੁੰਦੀ, ਇਹ ਇਕੁਐਲਿਟੀ ਹੈ। ਹੁਣ ਇਹਦੇ ਤੋਂ ਹੀ ਆਪਾਂ ਅੱਗੇ ਚੱਲਾਂਗੇ। ਸੋ ਗੁਰੂ ਨਾਨਕ ਪਾਤਸ਼ਾਹ ਦੇ ਪੂਰਨਿਆਂ ਨੂੰ ਹੀ ਦ੍ਰਿੜ ਕਰਾਉਂਦੇ ਹੋਏ ਗੁਰੂ ਅਮਰਦਾਸ ਪਾਤਸ਼ਾਹ ਮੰਜੇ ਤੇ ਪੀੜਿਆਂ ਨੂੰ ਇਸਟੈਬਲਿਸ਼ ਕਰਦੇ ਨੇ। ਔਰ ਸਿਰਫ ਗੱਲ ਇੰਨੀ ਕੀ ਨਹੀਂ ਸੀ, ਕਿਉਂਕਿ ਜਦੋਂ ਜਨੇਊ ਦੀਆਂ ਮੈਂ ਦੋ ਗੱਲਾਂ ਆਪ ਜੀ ਨਾਲ ਡਿਸਕਸ ਕੀਤੀਆਂ ਨੇ। ਇੱਕ ਗੱਲ ਆਪਾਂ ਡਿਸਕਸ ਕੀਤੀ ਹੈ ਜਿੱਥੇ ਉਹ ਆਪਣੀ ਭੈਣ ਦੀ ਗੱਲ ਕਰਦੇ ਨੇ। ਦੂਸਰੀ ਗੱਲ ਜਿਹੜੀ ਹੈ ਉਹ ਜਦੋਂ ਕਹਿੰਦੇ ਨੇ ਕਿ ਤੁਸੀਂ ਹਿੰਦੂ ਧਰਮ ਦੇ ਵਿੱਚ ਆ ਜਾਓਗੇ ਤਾਂ ਉਸ ਦਾ ਮਤਲਬ ਕੀ ਹੈ? ਉਹ ਜਨੇਊ ਪਾਉਣ ਦੇ ਨਾਲ ਉਸ ਦਾ ਮਤਲਬ ਹੈ ਕਿ ਤੁਸੀਂ ਜਿਹੜੀ ਵਰਨ ਵੰਡ ਹੈ ਉਹਦੇ ਵਿੱਚ ਆ ਜਾਓਗੇ। ਵਰਨ ਵੰਡ ਕਿੱਦਾਂ ਕਿ 4 ਵਰਨ ਨੇ, ਉਹਨਾਂ ਦੇ ਵਿੱਚੋਂ ਤੁਸੀਂ ਉਸ ਵੰਡ ਦੇ ਵਿੱਚ ਆ ਜਾਓਗੇ ਕਿਉਂਕਿ ਤੁਸੀਂ ਜਨੇਊ ਪਾਇਆ ਹੋਊਗਾ ਤੇ ਕੁਝ ਤਬਕੇ ਤੁਹਾਡੇ ਤੋਂ ਥੱਲੇ ਰਹਿਣਗੇ, ਯਾਨੀ ਕਿ ਅਨਇਕੁਅਲ ਹੋਊਗਾ ਸਿਸਟਮ। ਤੁਸੀਂ ਕੁਝ ਲੋਕਾਂ ਨਾਲੋਂ ਜ਼ਿਆਦਾ ਸੁਪੀਰੀਅਰ ਮੰਨੇ ਜਾਓਗੇ ਕਿਉਂਕਿ ਤੁਸੀਂ ਜਨੇਊ ਪਾਇਆ ਹੋਇਆ। ਹੁਣ ਗੁਰੂ ਨਾਨਕ ਜਦੋਂ ਇਸ ਚੀਜ਼ ਨੂੰ ਚੈਲੰਜ ਕਰਦੇ ਨੇ ਤਾਂ ਬਕਾਇਦਾ ਉਹ ਸਮਾਜਿਕ ਇਨਇਕੁਐਲਿਟੀ ਨੂੰ ਵੀ ਚੈਲੰਜ ਕਰਦੇ ਨੇ। ਉਹ ਸਮਾਜਿਕ ਇਕੁਐਲਿਟੀ ਦੀ ਗੱਲ ਵੀ ਕਰਦੇ ਨੇ। ਜੈਂਡਰ ਇਕੁਐਲਿਟੀ ਦੀ ਗੱਲ ਵੀ ਹੋ ਗਈ ਤੇ ਸਮਾਜਿਕ ਇਕੁਐਲਿਟੀ ਦੀ ਗੱਲ ਵੀ ਹੋ ਗਈ। ਹੁਣ ਆਪਾਂ ਗੁਰੂ ਪਾਤਸ਼ਾਹ ਦੇ ਜਦੋਂ ਆਪਾਂ ਲਾਈਫ ਨੂੰ ਆਪਾਂ ਹੋਰ ਦੇਖਦੇ ਹਾਂ, ਗੁਰੂ ਅੰਗਦ ਦੇਵ ਮਹਾਰਾਜ ਨੇ ਜਦੋਂ ਬਕਾਇਦਾ ਲੰਗਰ ਨੂੰ ਮਾਤਾ ਖੀਵੀ ਜੀ ਇੱਕ ਇੰਸਟੀਟਿਊਸ਼ਨਲਾਈਜ਼ ਫਾਰਮ ਦੇ ਵਿੱਚ ਸਾਨੂੰ ਦਿੰਦੇ ਨੇ, ਤਾਂ ਉੱਥੇ ਇਹ ਨਹੀਂ ਵੇਖਿਆ ਜਾਂਦਾ ਕਿ ਗੁਰੂ ਪਾਤਸ਼ਾਹ ਨੂੰ ਮਿਲਣ ਵਾਸਤੇ ਕੌਣ ਆ ਰਿਹਾ ਔਰ ਜਿਹੜੀ ਉਹ ਪੰਗਤ ਹੈ ਉਸ ਪੰਗਤ ਦੇ ਵਿੱਚ ਉਹ ਕਿੱਦਾਂ ਬੈਠੇ ਹੋਏ ਨੇ, ਉਸ ਪੰਗਤ ਦਾ ਉਹਦੇ ਵਿੱਚ ਕੌਣ ਕਿਹੜੀ ਜਾਤ ਦਾ ਬੈਠਾ, ਉੱਥੇ ਇਹ ਗੱਲ ਨਹੀਂ ਦੇਖੀ ਜਾ ਰਹੀ। ਸੋ ਗੁਰੂ ਅੰਗਦ ਦੇਵ ਪਾਤਸ਼ਾਹ ਜਿਹੜੀ ਗੁਰੂ ਨਾਨਕ ਮਹਾਰਾਜ ਨੇ ਗੱਲ ਕੀਤੀ ਹੈ ਕਿ ਇਕੁਐਲਿਟੀ ਦੀ, ਉਸੇ ਹੀ ਪਹਿਲੀ ਇੰਸੀਡੈਂਟ ਤੋਂ ਮੈਂ ਬਾਰ-ਬਾਰ ਕਿਉਂ ਇਸ ਗੱਲ ਦਾ ਜ਼ਿਕਰ ਕਰ ਰਹੀ ਹਾਂ, ਕਿਉਂਕਿ ਅਕਸਰ ਅਸੀਂ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ। ਅਕਸਰ ਅਸੀਂ ਚੀਜ਼ਾਂ ਨੂੰ ਆਈਸੋਲੇਸ਼ਨ ਦੇ ਵਿੱਚ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਇਹ ਦੇਖਦੇ ਹਾਂ ਕਿ ਅੱਛਾ ਗੁਰੂ ਪਾਤਸ਼ਾਹ ਨੇ ਮੰਜੇ ਤੇ ਪੀੜੇ ਇਸਟੈਬਲਿਸ਼ ਕੀਤੇ, ਓਕੇ ਉਹ ਇੱਕ ਇੰਸੀਡੈਂਟ ਹੋ ਗਿਆ। ਗੁਰੂ ਨਾਨਕ ਨੇ ਜਨੇਊ ਪਾਉਣ ਤੋਂ ਮਨਾ ਕੀਤਾ, ਉਹ ਇੱਕ ਇੰਸੀਡੈਂਟ ਹੋ ਗਿਆ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਲਾਈਫ ਦੇ ਵਿੱਚ ਜੋ ਕੀਤਾ ਉਹ ਇੱਕ, ਆਪਾਂ ਇਹਨਾਂ ਨੂੰ ਅਲੱਗ-ਅਲੱਗ ਕਰਕੇ ਦੇਖਦੇ ਹਾਂ ਔਰ ਇੱਥੇ ਹੀ ਸਾਡੀ ਜਿਹੜੀ ਹੈ ਨਾ ਅਸੀਂ ਅਸੈਂਸ ਲੂਜ਼ ਕਰ ਦਿੰਦੇ ਹਾਂ। ਅਸੀਂ ਉਸ ਚੀਜ਼ ਦਾ ਜਿਹੜਾ ਜਸਟ ਹੈ ਉਹ ਲੂਜ਼ ਕਰ ਦਿੰਦੇ ਹਾਂ ਕਿ ਅਸੀਂ ਉਹਦੇ 'ਚ ਲੈਣਾ ਕੀ ਸੀਗਾ। ਇਸ ਕਰਕੇ ਇਹਨੂੰ ਕੰਟੀਨਿਊਟੀ ਵਿੱਚ ਚੱਲਣਾ ਸਾਡੇ ਲਈ ਜ਼ਰੂਰੀ ਹੈ। ਬਾਰ-ਬਾਰ ਮੇਰੀਆਂ ਹੋ ਸਕਦਾ ਆਪ ਜੀ ਨੂੰ ਲੱਗੇ ਕਿ ਮੈਂ ਕਈ ਗੱਲਾਂ ਬਾਰ-ਬਾਰ ਰਿਪੀਟ ਕਰ ਦਿੰਦੀ ਹਾਂ, ਪਰ ਉਹ ਰੈਪੀਟੇਸ਼ਨ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਦੇ ਪੂਰਨਿਆਂ ਨੂੰ ਸਾਨੂੰ ਬਾਰ-ਬਾਰ ਯਾਦ ਕਰਨਾ ਪਊਗਾ ਇਹ ਸਮਝਣ ਦੇ ਲਈ ਕਿ ਖਾਲਸਾ ਪੰਥ ਦੀ ਤਿਆਰੀ ਹੋਈ ਕਿੱਦਾਂ ਆ। ਫਿਰ ਸਾਨੂੰ ਸਮਝ, ਜਦੋਂ ਅਸੀਂ ਇਸ ਤਰੀਕੇ ਨਾਲ ਸਮਝਾਂਗੇ ਫਿਰ ਸਾਨੂੰ ਸਮਝ ਆਊਗੀ ਕਿ ਜਦੋਂ ਖਾਲਸਾ ਪੰਥ ਦੀ ਤਿਆਰੀ ਹੋ ਗਈ 1699 ਦੀ ਵਿਸਾਖੀ ਨੂੰ ਜਿਹੜਾ ਪੰਥ ਤਿਆਰ ਹੋਇਆ ਉਹ ਦਰਅਸਲ ਗੁਰੂ ਨਾਨਕ ਦਾ ਹੀ ਮਿਸ਼ਨ ਹੈ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਝ ਅਲੱਗ ਨਹੀਂ ਕੀਤਾ, ਜਿਹਦੇ ਬਾਰੇ ਕਿ ਬਹੁਤ ਲੋਕ ਕਹਿੰਦੇ ਨੇ ਨਹੀਂ ਜੀ ਅਸੀਂ ਗੁਰੂ ਨਾਨਕ ਨਾਮ ਲੇਵਾ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਨਾਮ ਲੇਵਾ ਨਹੀਂ ਹਾਂ। ਇਹ ਵੀ ਕਈ ਲੋਕ ਬੋਲਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਾਂਗੇ ਉੱਥੇ ਖਾਲਸੇ ਦੀ ਗੱਲ ਕਰਨੀ ਪਊਗੀ, ਗੁਰੂ ਨਾਨਕ ਦੇ ਵਿੱਚ ਖਾਲਸੇ ਦੀ ਗੱਲ ਨਹੀਂ ਆਉਂਦੀ। ਇੱਥੇ ਅਸੀਂ ਇਹ ਚੀਜ਼ਾਂ ਜਿਹੜੀਆਂ ਉਹ ਖਰਾਬ ਕਰ ਲੈਂਦੇ, ਕਨਫਿਊਜ਼ ਹੋ ਜਾਂਦੇ ਹਾਂ ਕਿਉਂਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਰ ਰਹੇ ਨੇ ਬਕਾਇਦਾ ਗੁਰੂ ਨਾਨਕ ਪਾਤਸ਼ਾਹ ਨੇ ਦੇ ਹੀ ਹੁਕਮਾਂ ਦੇ ਉੱਤੇ ਉਹ ਪਹਿਰਾ ਦੇ ਰਹੇ ਨੇ ਔਰ ਬਾਕੀ ਜਿਹੜੇ ਗੁਰੂ ਮਹਾਰਾਜ ਨੇ ਉਹ ਬਕਾਇਦਾ ਉਸੇ ਹੀ ਪੰਥ ਦੀ ਤਿਆਰੀ ਵੱਲ ਨੂੰ ਜਾ ਰਹੇ ਨੇ। ਸੋ ਗੱਲ ਵਾਪਸ ਆਉਂਦੇ ਆ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਇੱਕ ਤਾਂ ਉਹਨਾਂ ਨੇ ਜੈਂਡਰ ਇਕੁਐਲਿਟੀ ਦੀ ਗੱਲ ਕਰਦੇ ਨੇ ਜਨੇਊ ਦੇ ਸਮੇਂ, ਤੇ ਦੂਸਰੀ ਗੱਲ ਉਹ ਕਰਦੇ ਨੇ ਸਮਾਜਿਕ ਇਕੁਐਲਿਟੀ ਦੀ। ਗੁਰੂ ਅੰਗਦ ਦੇਵ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਦੋਂ ਬਕਾਇਦਾ ਮਾਤਾ ਖੀਵੀ ਜੀ ਉਹ ਪੰਗਤ ਦੀ ਚਲਾਉਂਦੇ ਨੇ, ਪੰਗਤ ਨੂੰ ਬਕਾਇਦਾ ਇੰਸਟੀਟਿਊਸ਼ਨਲਾਈਜ਼ ਕਰਦੇ ਨੇ ਕਿ ਲੰਗਰ ਇਸ ਤਰੀਕੇ ਨਾਲ ਛਕਿਆ ਜਾਊਗਾ ਕਿ ਉੱਥੇ ਨਾ ਕੋਈ ਊਚ ਨਾ ਕੋਈ ਨੀਚ, ਨਾ ਕੋਈ ਗਰੀਬ ਨਾ ਕੋਈ ਅਮੀਰ, ਸਭ ਇੱਕੋ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਗੇ, ਲੰਗਰ ਪ੍ਰਸ਼ਾਦਾ ਛਕਣਗੇ। ਹੁਣ ਇਸੇ ਚੀਜ਼ ਨੂੰ ਜਦੋਂ ਆਪਾਂ ਗੁਰੂ ਅਮਰਦਾਸ ਮਹਾਰਾਜ ਦੀ ਲਾਈਫ ਦੇ ਵਿੱਚ ਦੇਖਦੇ ਹਾਂ ਤਾਂ ਗੁਰੂ ਅਮਰਦਾਸ ਮਹਾਰਾਜ ਬਕਾਇਦਾ ਇਸ ਸਿਧਾਂਤ ਨੂੰ ਸਾਨੂੰ ਦ੍ਰਿੜ ਕਰਵਾ ਦਿੰਦੇ ਨੇ ਔਰ ਬਕਾਇਦਾ ਉਹਨੂੰ ਇੱਕ ਰੂਲ ਦੇ ਵਿੱਚ, ਇਸ ਸਿਧਾਂਤ ਨੂੰ ਇੱਕ ਨਿਯਮ ਦੇ ਵਿੱਚ ਬੰਨ੍ਹ ਦਿੰਦੇ ਨੇ। ਉਹ ਨਿਯਮ ਕੀ ਹੈ? ਪਹਿਲੇ ਪੰਗਤ
ਪਾਛੇ ਸੰਗਤ। ਔਰ ਇਸ ਦੇ ਲਈ ਉਹ ਚੂਜ਼ ਕਿਹਨੂੰ ਕਰਦੇ ਨੇ, ਇਸ ਸਿਧਾਂਤ ਨੂੰ ਪ੍ਰੋਨਾਊਂਸ ਕਰਨ ਦੇ ਲਈ, ਬੋਲਣ ਦੇ ਲਈ, ਇਹਨੂੰ ਦੱਸਣ ਦੇ ਲਈ ਉਹ ਚੂਜ਼ ਕੀ ਕਰਦੇ ਨੇ ਕਿ ਅਕਬਰ ਬਕਾਇਦਾ ਜਦੋਂ ਉਹਨਾਂ ਦੇ ਦਰਬਾਰ ਦੇ ਵਿੱਚ ਆਉਂਦਾ ਹੈ ਉਹਨਾਂ ਨੂੰ ਮਿਲਣ ਦੇ ਲਈ। ਹੁਣ ਅਕਬਰ ਉਸ ਸਮੇਂ ਦਾ ਬਾਦਸ਼ਾਹ ਹੈ, ਔਰ ਬਾਦਸ਼ਾਹ ਹੋਣ ਦੇ ਕਰਕੇ ਉਹਦੀ ਬੜੀ ਆਪਣੀ ਇੱਕ ਠੁੱਕ ਵੀ ਹੈ, ਆਪਣਾ ਉਹਦਾ ਇੱਕ ਜਹੋ ਜਲਾਲ ਵੀ ਹੈ। ਤਾਂ ਉਹਦੇ ਦਿਮਾਗ 'ਚ ਇਹ ਹੈ ਕਿ ਜਦੋਂ ਗੁਰੂ ਮਹਾਰਾਜ ਨੂੰ ਪਤਾ ਲੱਗੂਗਾ ਕਿ ਐਡਾ ਵੱਡਾ ਐਂਪਰਰ, ਐਡਾ ਵੱਡਾ ਰਾਜਾ ਉਹਨਾਂ ਨੂੰ ਮਿਲਣ ਆਇਆ, ਤਾਂ ਉਹ ਬਕਾਇਦਾ ਬਾਹਰ ਆ ਕੇ ਮੇਰਾ ਸਵਾਗਤ ਕਰਨਗੇ। ਪਰ ਗੁਰੂ ਮਹਾਰਾਜ ਬਾਹਰ ਨਹੀਂ ਆਉਂਦੇ, ਉਹ ਬਕਾਇਦਾ ਆਪਣੀ ਜਗ੍ਹਾ 'ਤੇ ਬੈਠੇ ਰਹਿੰਦੇ ਆ। ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ, ਕਿਉਂਕਿ ਉਹ ਤਾਂ ਅੰਤਰਯਾਮੀ ਹੈ, ਪਤਾ ਤਾਂ ਉਹਨਾਂ ਨੂੰ ਪਹਿਲਾਂ ਤੋਂ ਹੀ ਸੀ, ਲੇਕਿਨ ਜਦੋਂ ਉਹਨਾਂ ਨੂੰ ਦੁਨਿਆਵੀ ਤੌਰ 'ਤੇ ਪਤਾ ਲੱਗਦਾ ਹੈ ਕਿ ਹਾਂਜੀ ਉਹ ਅਕਬਰ ਬਾਦਸ਼ਾਹ ਉਹਨਾਂ ਨੂੰ ਮਿਲਣ ਆਇਆ, ਤਾਂ ਗੁਰੂ ਮਹਾਰਾਜ ਬਕਾਇਦਾ ਇਹ ਕਹਿੰਦੇ ਨੇ ਕਿ ਅਕਬਰ ਨੂੰ ਪਹਿਲਾਂ ਪੰਗਤ ਕਰਨੀ ਪਊਗੀ, ਫਿਰ ਉਸ ਨੂੰ ਸੰਗਤ ਮਿਲੂਗੀ। ਔਰ ਅਕਬਰ ਨੂੰ ਉਸੇ ਹੀ ਪੰਗਤ ਦੇ ਵਿੱਚ ਬੈਠ ਕੇ ਭੋਜਨ ਛਕਣਾ ਪੈਂਦਾ ਹੈ, ਉਸੇ ਹੀ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ ਪੈਂਦਾ ਹੈ ਜਿੱਥੇ ਕਿ ਗਰੀਬ ਗੁਰਬਾ ਵੀ ਛਕ ਰਿਹਾ। ਹੁਣ ਇਹ ਆਪਣੇ ਆਪ ਦੇ ਵਿੱਚ ਅਸੀਂ ਜ਼ਰਾ ਆਪਣੀ ਜਿਹੜੀ ਕੌਨਸ਼ੀਅਸਨੈਸ ਹੈ ਉਹਨੂੰ ਥੋੜ੍ਹਾ ਪਿੱਛੇ ਲੈ ਕੇ ਜਾਈਏ। ਆਪਾਂ ਕਿਹੜੇ ਵੇਲਿਆਂ ਦੀ ਗੱਲ ਕਰ ਰਹੇ ਹਾਂ? ਉਦੋਂ ਡੈਮੋਕ੍ਰੇਸੀ ਨਹੀਂ ਆ ਕਿ ਸਭ ਈਕੁਅਲ ਨਹੀਂ ਹੈਗੇ, ਜਾਂ ਕਹਿ ਲਈਏ ਕਿ ਵਨ ਵੋਟ ਵਾਲੀ ਗੱਲ ਨਹੀਂ ਹੈ। ਉਦੋਂ ਕੁਛ ਲੋਕ ਉੱਚੇ ਨੇ, ਕੁਛ ਉਹਨਾਂ ਤੋਂ ਵੀ ਉੱਚੇ ਨੇ, ਔਰ ਕੁਛ ਬਹੁਤ ਉੱਚੇ ਨੇ। ਔਰ ਜਿਹੜਾ ਇੱਕ ਰਾਜਾ ਹੈ ਜੋ ਅਕਬਰ ਵਰਗਾ ਬਾਦਸ਼ਾਹ ਹੈ, ਉਹ ਬਹੁਤ ਉੱਚਿਆਂ ਦੇ ਵਿੱਚ ਆਉਂਦਾ। ਔਰ ਜੋ ਉੱਥੇ ਪੰਗਤ ਦੇ ਵਿੱਚ ਗਰੀਬ ਗੁਰਬਾ, ਕਿਉਂਕਿ ਸਾਰੇ ਸਾਡੇ ਵਰਗੇ ਹੀ ਤਾਂ ਸੀ ਜੋ ਗੁਰੂ ਮਹਾਰਾਜ ਦੇ ਨਾਲ ਲੱਗੇ ਸੀਗੇ, ਤਾਂ ਉਹ ਵੀ ਉੱਥੇ ਬੈਠ ਕੇ ਲੰਗਰ ਛਕ ਰਹੇ ਨੇ। ਔਰ ਉਸੇ ਹੀ ਲਾਈਨ ਦੇ ਵਿੱਚ ਅਕਬਰ ਬੈਠ ਕੇ ਲੰਗਰ ਛਕ ਰਿਹਾ, ਔਰ ਜੋ ਗਰੀਬ ਗੁਰਬੇ ਨੂੰ ਲੰਗਰ ਦੇ ਵਿੱਚ ਮਿਲ ਰਿਹਾ ਹੈ ਦਾਲ ਫੁਲਕਾ, ਉਹੀ ਉਹਨੂੰ ਮਿਲ ਰਿਹਾ। ਉਹਦੇ ਲਈ ਕੋਈ ਵੱਖ ਪਕਵਾਨ ਨਹੀਂ ਬਣਾਏ ਗਏ, ਉਹਦੇ ਲਈ ਕੋਈ ਵੱਖਰੇ ਟੇਬਲ ਨਹੀਂ ਲਾਏ ਗਏ, ਉਹਦੇ ਲਈ ਕੋਈ ਵੱਖਰੀਆਂ ਕਿਸੇ ਤਰ੍ਹਾਂ ਦੀ ਕੋਈ ਰਸਮ ਨਹੀਂ ਕੀਤੀ ਗਈ, ਕੋਈ ਰੈੱਡ ਕਾਰਪਟ ਨਹੀਂ ਵਿਛਾਇਆ ਗਿਆ ਉਹਦੇ ਵਾਸਤੇ ਕਿ ਆਓ ਜੀ ਬਾਦਸ਼ਾਹ ਤੁਸੀਂ ਆਏ ਹੋ। ਉਹ ਐਸਾ ਕੁਛ ਨਹੀਂ ਹੁੰਦਾ ਉੱਥੇ। ਬਕਾਇਦਾ ਉਹਨੂੰ ਉਸੇ ਹੀ ਜਗ੍ਹਾ ਦੇ ਉੱਤੇ ਬੈਠ ਕੇ ਉਸੇ ਹੀ ਤਰੀਕੇ ਦੇ ਨਾਲ ਪੰਗਤ ਦੇ ਵਿੱਚ ਲੰਗਰ ਛਕਣਾ ਪੈਂਦਾ। ਔਰ ਲੰਗਰ ਛਕਣ ਤੋਂ ਬਾਅਦ ਫਿਰ ਉਹਨੂੰ ਗੁਰੂ ਸਾਹਿਬ ਦੇ ਜਿਹੜੀ ਸੰਗਤ ਹੈ ਉਹ ਨਸੀਬ ਹੁੰਦੀ ਹੈ। ਹੁਣ ਇੱਥੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਿਧਾਂਤ, ਔਰ ਉਹਨੂੰ ਬੜੇ ਇੰਸਟੀਟਿਊਸ਼ਨਲਾਈਜ਼ ਤਰੀਕੇ ਦੇ ਨਾਲ ਗੁਰੂ ਮਹਾਰਾਜ ਦੱਸ ਦਿੰਦੇ ਨੇ। ਸਾਨੂੰ ਸਾਰਿਆਂ ਨੂੰ ਇੱਕ ਸਿਧਾਂਤ ਦ੍ਰਿੜ ਕਰਵਾ ਦਿੰਦੇ ਨੇ ਕਿ ਅਗਰ ਤੁਸੀਂ ਸਮਾਜ ਦੇ ਵਿੱਚ ਸਮਾਜਿਕ ਇਕੁਐਲਿਟੀ ਚਾਹੁੰਦੇ ਆ ਤਾਂ ਇਸੇ ਤਰੀਕੇ ਦੇ ਨਾਲ ਚੱਲਣਾ ਪਊਗਾ। ਹੁਣ ਅਸੀਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਅੱਜ ਪ੍ਰੈਜ਼ੈਂਟ ਵੱਲ ਵੀ ਝਾਤ ਮਾਰ ਲਈਏ। ਮੈਂ ਅਕਸਰ ਦੇਖਦੀ ਹਾਂ ਔਰ ਬੜਾ ਮਨ ਨੂੰ ਦੁੱਖ ਵੀ ਹੁੰਦਾ, ਪਰ ਮੈਨੂੰ ਯਕੀਨ ਆ ਮੇਰੇ ਗੁਰੂ ਸਾਹਿਬਾਨ ਦੇ ਉੱਤੇ ਕਿ ਉਹ ਸਾਨੂੰ ਜ਼ਰੂਰ ਇਸ ਕਾਬਿਲ ਬਣਾਉਣਗੇ ਕਿ ਅਸੀਂ ਆਪਣੇ ਗੁਰਦੁਆਰਿਆਂ ਨੂੰ ਦੁਬਾਰਾ ਤੋਂ ਉਹੀ ਬਣਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਜੋ ਸਾਡੇ ਗੁਰੂਆਂ ਨੇ ਹੁਕਮ ਦਿੱਤਾ ਸੀ। ਕਿਉਂਕਿ ਮੈਂ ਬਾਰ-ਬਾਰ ਕਹਿੰਦੀ ਹਾਂ ਕਿ ਸਿੱਖੀ ਨਾ ਮੇਰੀ ਹੈ, ਨਾ ਤੁਹਾਡੀ ਹੈ, ਨਾ ਕਿਸੇ ਹੋਰ ਦੀ ਹੈ। ਸਿੱਖੀ ਗੁਰੂ ਮਹਾਰਾਜ ਹੋਣਾ ਦੀ ਹੈ। ਗੁਰੂ ਮਹਾਰਾਜ ਨੇ ਸਾਨੂੰ ਸਿੱਖੀ ਦਿੱਤੀ ਹੈ, ਔਰ ਇਸ ਦੀ ਸੰਭਾਲ ਜਿਹੜੀ ਹੈ ਉਹ ਵੀ ਗੁਰੂ ਮਹਾਰਾਜ ਆਪ ਹੀ ਕਰਨਗੇ। ਬੜਾ ਤਕਲੀਫ ਹੁੰਦੀ ਹੈ ਜਦੋਂ ਸਾਡੇ ਜਿਹੜੀ ਦਰਬਾਰ ਸਾਹਿਬ ਵਰਗੀ ਸੰਸਥਾ ਦੇ ਵਿੱਚ ਵੀ ਇੱਕ VIP ਉਹਨਾਂ ਨੇ ਰਾਹ ਰੱਖਿਆ ਹੋਇਆ। ਮੈਂ ਛੋਟੀ ਤਾਂ ਨਹੀਂ ਕਹੂੰਗੀ, ਲੇਕਿਨ ਉਦੋਂ ਮੈਂ ਸ਼ਾਇਦ ਯੰਗ ਏਜ ਵਿੱਚ ਹੀ ਸੀਗੀ, 20s ਦੇ ਵਿੱਚ ਹੋਊਂਗੀ ਮੈਂ ਆਪਣੀਆਂ। ਅਤੇ ਮੈਂ ਜਦੋਂ ਉਦੋਂ ਇੱਕ ਵਾਰੀ ਅਸੀਂ ਮੱਥਾ ਟੇਕਣ ਗਏ ਸੀਗੇ ਦਰਬਾਰ ਸਾਹਿਬ, ਔਰ ਉੱਥੋਂ ਕੁਛ ਪੋਲੀਟੀਸ਼ੀਅਨ ਆਏ, ਸ਼ਾਇਦ ਪਤਾ ਨਹੀਂ ਹੁਣ ਮੈਨੂੰ ਨਾਮ ਵੀ ਵਿਸਰ ਗਿਆ ਕੌਣ ਆਇਆ ਹੋਊਗਾ, ਲੇਕਿਨ ਕੁਛ ਪੋਲੀਟੀਸ਼ੀਅਨ, ਔਰ ਉਹਨਾਂ ਨੂੰ ਇੱਕ ਸਾਈਡ ਤੋਂ ਲੰਘਾਇਆ ਗਿਆ। ਉਹ ਗੱਲ ਮੈਨੂੰ ਬੜੀ ਅਜੀਬ ਲੱਗੀ। ਅਤੇ ਮੈਨੂੰ ਕਿਉਂਕਿ ਸਾਨੂੰ ਜੋ ਸਮਝ ਆਉਂਦੀ ਆ, ਅਤੇ ਮੇਰੇ ਗੁਰੂ ਦਾ ਸਿਧਾਂਤ ਇਹ ਹੈ ਕਿ ਸਭ ਬਰਾਬਰ ਨੇ। ਅਤੇ ਐਡੀ ਵੱਡੀ ਜਗ੍ਹਾ ਦੇ ਉੱਤੇ ਵੀ ਤੁਸੀਂ ਜੇ ਕੋਈ ਇਸ ਤਰੀਕੇ ਨਾਲ ਕੋਈ ਇੱਕ ਲਾਈਨ ਜੀ ਤੋਂ ਵਿੱਚੋਂ ਤੋੜ ਕੇ ਅੱਗੇ ਨਿਕਲ ਜਾਂਦਾ, ਉਹਦੇ ਵਾਸਤੇ ਉਹ ਜਗ੍ਹਾ ਰੱਖੀ ਹੋਈ ਹੈ ਬਕਾਇਦਾ, ਤਾਂ ਇਹ ਕਿਉਂ? ਅਤੇ ਮੈਂ ਉੱਥੇ ਜਿਹੜੇ ਸੇਵਾਦਾਰ ਖੜ੍ਹੇ ਸੀ ਉਹਨਾਂ ਨੂੰ ਪੁੱਛ ਲਿਆ ਵੀ ਇਹ ਕੀ ਗੱਲ? ਉਹ ਕਹਿੰਦੇ ਜੀ ਉਹ ਫਿਰ ਉਹਨਾਂ ਦੀ ਸਿਕਿਉਰਿਟੀ ਦਾ ਮਸਲਾ ਵੀ ਹੁੰਦਾ। ਅੱਛਾ, ਅਤੇ ਜਿਨ੍ਹਾਂ ਨੂੰ ਸਿਕਿਉਰਿਟੀ ਦੀ ਇੰਨੀ ਪ੍ਰੋਬਲਮ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਗੁਰੂ ਦੇ ਘਰ 'ਚ ਆ ਕੇ ਵੀ ਸਿਕਿਉਰਿਟੀ ਦੀ ਲੋੜ ਹੈ, ਉਹ ਬਾਹਰ ਰਹਿਣ। ਉਹਨਾਂ ਨੂੰ ਗੁਰੂ ਦੇ ਘਰ 'ਚ ਆਉਣ ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਜੇ ਤੁਸੀਂ ਗੁਰੂ ਦੇ ਘਰ 'ਚ ਆ ਗਏ ਆ ਅਤੇ ਤੁਹਾਡੀ ਸਿਕਿਉਰਿਟੀ, ਜੇ ਤੁਹਾਨੂੰ ਇਹੀ ਭਰੋਸਾ ਨਹੀਂ ਕਿ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਆ ਕੇ ਵੀ ਤੁਹਾਨੂੰ ਦੁਨਿਆਵੀ ਸਿਕਿਉਰਿਟੀ ਦੀ ਲੋੜ ਹੈ, ਤੁਹਾਨੂੰ ਗੁਰੂ 'ਤੇ ਭਰੋਸਾ, ਤੁਸੀਂ ਲੈਣ ਕੀ ਆਉਣੇ ਆ? ਅਸੀਂ ਆਪਣੀਆਂ ਸੰਸਥਾਵਾਂ ਨੂੰ ਇਸ ਸਮੇਂ ਇੱਕ ਮੌਕਰੀ ਦਾ ਥਾਂ ਜਿਹਾ ਬਣਾ ਲਿਆ। ਮੈਂ ਹੁੰਦੀਆਂ ਤੁਸੀਂ ਆਪ ਸਭ ਦੇਖ ਲਿਓ, ਜਿੰਨੀਆਂ ਵੀ ਇਲੈਕਸ਼ਨਾਂ ਚੱਲ ਰਹੀਆਂ ਅੱਜ ਜੀ, ਕੌਣ ਜਾ ਰਿਹਾ? ਮਜੀਠੀਏ ਹੋਣੀ ਜਾ ਕੇ ਉੱਥੇ ਮੱਥਾ ਟੇਕਣ ਜਾ ਰਿਹਾ। ਤੁਸੀਂ ਖਿਡੌਣਾ ਸਮਝਿਆ ਹੋਇਆ ਹੈ ਨਾ?
ਕੋਈ ਜਾ ਰਿਹਾ ਜੀ, ਆ ਹੁਣ ਰਾਹੁਲ ਗਾਂਧੀ ਜਾ ਰਹੇ ਨੇ ਦਰਬਾਰ ਸਾਹਿਬ ਮੱਥਾ ਟੇਕਣ, ਕੋਈ ਜਾ ਰਿਹਾ ਜੀ ਕੇਜਰੀਵਾਲ ਜਾ ਰਿਹਾ ਮੱਥਾ ਟੇਕਣ। ਲੋਗਨ ਰਾਮ ਖਿਲੌਣਾ ਜਾਣਾ, ਇਹ ਗੁਰਬਾਣੀ ਦੇ ਵਿੱਚ ਜਿਹੜੀ ਤੁਕ ਹੈ ਨਾ, ਉਹ ਸਾਰਿਆਂ ਦੇ ਲਈ ਹੈ। ਇਹ ਸਿਰਫ ਹਿੰਦੂਆਂ ਲਈ ਨਹੀਂ ਹੈ ਕਿ ਸਿਰਫ ਸ਼ਾਇਦ ਰਾਮ ਦਾ ਨਾਮ ਆ ਗਿਆ ਤਾਂ ਤੁਹਾਨੂੰ ਲੱਗੇ ਕਿ ਸਿਰਫ ਹਿੰਦੂਆਂ ਵਾਸਤੇ ਹੈ ਕਿ ਲੋਗਨ ਰਾਮ ਖਿਲੌਣਾ ਜਾਣਾ। ਨਹੀਂ, ਸਾਡੇ ਲਈ ਵੀ ਹੈ। ਔਰ ਬਕਾਇਦਾ ਉਹ ਜੋ ਲੋਕ ਜੋ ਦਰਬਾਰ ਸਾਹਿਬ ਵਰਗੀ ਉੱਚੀ ਸੁੱਚੀ ਪਵਿੱਤਰ ਜਗ੍ਹਾ ਦੇ ਉੱਤੇ, ਕਿਸੇ ਨੇ ਬਹੁਤ ਖੂਬ ਲਿਖਿਆ ਹੈ ਕਿ ਜਦੋਂ ਦਰਬਾਰ ਸਾਹਿਬ ਜਾਇਆ ਕਰੋ ਨਾ ਤੇ ਬੜੇ ਸੰਭਲ ਕੇ ਕਦਮ ਰੱਖਿਆ ਕਰੋ, ਕਿਉਂਕਿ ਇੱਕ ਇੱਕ ਇੱਟ ਥੱਲੇ ਪਤਾ ਨਹੀਂ ਕਿੰਨੇ ਕੀ ਜਿਹੜੇ ਨੇ ਉਹ ਸ਼ਹੀਦਾਂ ਦੇ ਸਿਰ ਲੱਗੇ ਹੋਏ ਨੇ। ਉਹੋ ਜਿਹੀ ਪਾਕ ਪਵਿੱਤਰ ਜਗ੍ਹਾ ਦੇ ਉੱਤੇ ਜਾ ਕੇ ਜਦੋਂ ਅਸੀਂ ਰਾਜਨੀਤੀ ਕਰਦੇ ਹਾਂ ਨਾ, ਤੇ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਚਲਾਕ ਹਾਂ, ਗੁਰੂ ਮਹਾਰਾਜ ਨੂੰ ਸਮਝ ਨਹੀਂ ਆਉਂਦੀ। ਅਸੀਂ ਖਬਰਦਾਰ ਰਹੀਏ, ਅਸੀਂ ਆਪਣੇ ਪਾਲੇ ਝਾਤ ਮਾਰੀਏ। ਗੁਰਦੁਆਰਿਆਂ ਦੇ ਸੇਵਾਦਾਰ ਇਸ ਗੱਲ ਨੂੰ ਸਮਝਣ, ਕਿਉਂਕਿ ਅਸੀਂ ਅਗਰ ਜਵਾਬਦੇਹ ਹਾਂ ਤੇ ਅਸੀਂ ਆਪਣੇ ਗੁਰੂ ਨੂੰ ਜਵਾਬਦੇਹ ਹਾਂ। ਪ੍ਰੋਬਲਮ ਕਿੱਥੇ ਆ ਗਈ ਆ ਕਿ ਬੀਇੰਗ ਅ ਸੇਵਾਦਾਰ ਅਸੀਂ ਆਪਣੇ ਗੁਰੂ ਨੂੰ, ਅਸੀਂ ਇਹ ਸਮਝ ਲਿਆ ਕਿ ਗੁਰੂ ਨਾਲ ਤੇ ਬਾਅਦ 'ਚ ਨਜਿੱਠ ਲਾਂਗੇ, ਪਹਿਲਾਂ ਅਸੀਂ ਇਹਨਾਂ ਨੂੰ ਜਵਾਬਦੇਹ ਹਾਂ ਕਿਉਂਕਿ ਇਹਨਾਂ ਦੇ ਹੱਥ 'ਚ ਪਾਵਰ ਹੈ। ਸਾਨੂੰ ਇਹ ਭੁੱਲ ਹੀ ਗਿਆ ਕਿ ਅਲਟੀਮੇਟ ਪਾਵਰ ਗੁਰੂ ਨਾਨਕ ਦੇ ਹੱਥ 'ਚ, ਔਰ ਗੁਰੂ ਨਾਨਕ ਹੀ ਹਰ ਚੀਜ਼ ਦਾ ਜਿਹੜਾ ਹੈ ਨਾ ਉਹ ਨਿਪਟਾਰਾ ਕਰਨਗੇ, ਔਰ ਕਰਨਗੇ ਜ਼ਰੂਰ। ਮੇਰੀ ਇਹ ਹਮੇਸ਼ਾ ਅਰਦਾਸ ਹੈ ਗੁਰੂ ਮਹਾਰਾਜ ਦੇ ਕਦਮਾਂ ਦੇ ਵਿੱਚ, ਉਹਨਾਂ ਦੇ ਚਰਨਾਂ 'ਚ ਹਮੇਸ਼ਾ ਬੇਨਤੀ ਹੈ ਕਿ ਜੇ ਕਦੀ ਤੁਹਾਨੂੰ ਕਿਸੇ ਇੱਕ ਸਿੱਖ ਦੇ ਉੱਤੇ ਵੀ ਰਹਿਮ ਆਇਆ ਨਾ ਪਾਤਸ਼ਾਹ, ਤੇ ਇਹ ਲੋਕ ਜੋ ਤੁਹਾਡੇ ਨਾਮ ਦੇ ਉੱਤੇ ਹਰ ਤਰ੍ਹਾਂ ਦੀ ਰਾਜਨੀਤੀ ਕਰਦੇ ਆ, ਇਹਨਾਂ ਨੂੰ ਇਸੇ ਹੀ ਜਨਮ ਦੇ ਵਿੱਚ ਸਮਝਾਇਓ ਜ਼ਰੂਰ, ਦੱਸਿਓ ਜ਼ਰੂਰ ਕਿ ਸਾਡਾ ਗੁਰੂ ਪੂਰਾ ਹੈ, ਸਾਡਾ ਗੁਰੂ ਜੀਂਦਾ ਹੈ। ਬਹੁਤ ਦਿਲ ਨੂੰ ਇਸ ਗੱਲ ਦਾ ਤਕਲੀਫ ਹੁੰਦੀ ਹੈ, ਕਈ ਵਾਰੀ ਮੇਰਾ ਗੱਚ ਭਰ ਆਉਂਦਾ ਇਹ ਗੱਲ ਸੋਚ ਕੇ ਕਿ ਦਰਬਾਰ ਸਾਹਿਬ ਵਰਗੀ ਪਵਿੱਤਰ ਧਰਤੀ ਦੇ ਉੱਤੇ ਤੁਸੀਂ ਇਸ ਤਰੀਕੇ ਦੇ ਨਾਲ, ਔਰ ਬਕਾਇਦਾ ਜਦੋਂ ਆਪਾਂ ਗੱਲ ਪੰਗਤ ਤੇ ਸੰਗਤ ਦੀ ਕਰਦੇ ਹਾਂ, ਮੈਂ ਦੇਖਦੀ ਹਾਂ ਬਕਾਇਦਾ ਉਹਨਾਂ ਦੇ ਵਾਸਤੇ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਹੈ ਸੰਗਤ ਨੂੰ ਪਰੇਸ਼ਾਨ ਕੀਤਾ ਜਾਂਦਾ ਉਹਨਾਂ ਨੂੰ ਨਗਾਉਣ ਦੇ ਲਈ। ਜਿਨ੍ਹਾਂ ਨੂੰ ਇੰਨੀ ਪ੍ਰੋਬਲਮ ਹੈ ਉਹ ਸੰਗਤ ਦੇ ਵਿੱਚ ਨਹੀਂ ਆ ਸਕਦੇ, ਉਹ ਬਾਹਰ ਰਹਿਣ, ਕਿਉਂਕਿ ਗੁਰਦੁਆਰੇ ਜਿਹੜੇ ਉਹ ਸੰਗਤ ਦੇ ਲਈ ਨੇ। ਸੰਗਤ ਰੂਪ ਦੇ ਵਿੱਚ ਤੁਸੀਂ ਆਉਣਾ ਮੋਸਟ ਵੈਲਕਮ, ਪਰ ਜੇ ਤੁਸੀਂ ਕੋਈ ਰਾਜਨੇਤਾ, ਕੋਈ ਪੋਲੀਟੀਸ਼ੀਅਨ, ਕੋਈ ਕੈਪਟਨ, ਕੋਈ ਕੇਜਰੀਵਾਲ, ਕੋਈ ਕੁਛ ਬਣ ਕੇ ਆਉਣਾ ਤੇ ਕੋਈ ਜ਼ਰੂਰਤ ਨਹੀਂ। ਸਾਡੇ ਗੁਰਦੁਆਰਿਆਂ ਨੂੰ ਕਿਸੇ ਦੀ ਲੋੜ ਨਹੀਂ। ਸਾਡੇ ਗੁਰਦੁਆਰਿਆਂ ਨੂੰ ਸਿਰਫ ਗੁਰੂ, ਉੱਥੇ ਇੱਕੋ ਹੀ VIP ਹੈ, ਔਰ ਉਹ VIP ਦਾ ਨਾਮ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਬਾਕੀ ਸਭ ਉੱਥੇ ਸੰਗਤ ਹੈ ਔਰ ਸਭ ਬਰਾਬਰ ਹੈ। ਮੈਂ ਹੋਵਾਂ, ਚਾਹੇ ਕੋਈ ਇੱਕ ਰਿਕਸ਼ਾ ਚਲਾਉਣ ਵਾਲਾ ਹੋਵੇ, ਚਾਹੇ ਕੋਈ ਇੱਕ ਮਿਲੀਅਨਰ ਹੋਵੇ, ਸਾਰੇ ਇੱਕ ਬਰਾਬਰ ਨੇ। ਇੱਕ ਮਿਲੀਅਨਰ ਵੀ ਉੱਥੇ ਜੋੜੇ ਝਾੜੂਗਾ, ਮੇਰੇ ਵਰਗੇ ਜਿਹੜੇ ਹੈ ਉਹ ਵੀ ਉੱਥੇ ਜੋੜੇ ਝਾੜਨਗੇ, ਔਰ ਜਿਹੜਾ ਕੋਈ ਰਿਕਸ਼ੇ ਵਾਲਾ ਉਹ ਵੀ ਜੋੜੇ ਝਾੜੂਗਾ, ਔਰ ਬਕਾਇਦਾ ਇੱਕੋ ਹੀ ਪੰਗਤ ਦੇ ਵਿੱਚ ਅਸੀਂ ਬੈਠ ਕੇ ਸਾਰੇ ਲੰਗਰ ਛਕਾਂਗੇ। ਇਹੀ ਮੇਰੇ ਗੁਰੂ ਦਾ ਸਿਧਾਂਤ ਹੈ, ਔਰ ਸਾਨੂੰ ਇਹੀ ਸਿਧਾਂਤ ਦ੍ਰਿੜ ਕਰਾਉਣਾ ਹੈ। ਮੈਂ ਬਾਰ-ਬਾਰ ਆਪਣੀ ਜਿਹੜੀ ਸਾਡੀ ਕੌਮ ਦਾ ਯੂਥ ਹੈ ਉਸ ਨੂੰ ਇਸ ਗੱਲ ਬਾਰੇ ਮੈਂ ਉਹਨਾਂ ਨੂੰ ਆਵਾਜ਼ ਦਿੰਦੀ ਹਾਂ, ਹੋਕਾ ਦਿੰਦੀ ਹਾਂ ਕਿ ਤੁਸੀਂ ਸਾਹਮਣੇ ਆਓ। ਜਿਨ੍ਹਾਂ ਨੇ ਜੋ ਗੜਬੜ ਕਰਨੀ ਸੀ ਕਰ ਦਿੱਤੀ, ਹੁਣ ਆਪਾਂ ਸਾਹਮਣੇ ਆਈਏ, ਆਪਾਂ ਆਪਣੇ ਗੁਰਦੁਆਰੇ ਦਾ ਸਿਧਾਂਤ ਆਪਾਂ ਬਚਾਈਏ, ਕਿਉਂਕਿ ਸਾਡੇ ਗੁਰੂਆਂ ਨੇ ਜੋ ਸਿਧਾਂਤ ਦਿੱਤੇ ਨੇ ਉਹ ਬੜੇ, ਉਹਨਾਂ ਦੇ ਵਿੱਚ ਕੋਈ ਛੋਟ ਨਹੀਂ ਆ। ਹੁਣ ਮੈਂ ਫਿਰ ਗੱਲ ਅਕਬਰ ਤੇ ਲੈ ਕੇ ਆਉਣੀ ਆ। ਅਕਬਰ ਜਦੋਂ ਆਉਂਦਾ ਹੈ ਤਾਂ ਉੱਥੇ ਬਕਾਇਦਾ ਅਕਬਰ ਨੂੰ ਹੀ ਗੁਰੂ ਮਹਾਰਾਜ ਚੂਜ਼ ਕਰਦੇ ਨੇ। ਇਹ ਗੱਲ ਇਸ ਸਿਧਾਂਤ ਨੂੰ ਸਮਝਾਉਣ ਦੇ ਲਈ ਉਹ ਕਿਉਂ ਚੂਜ਼ ਕਰਦੇ ਨੇ, ਕਿਉਂਕਿ ਬਕਾਇਦਾ ਜਿਸ ਘਰ ਦੇ ਵਿੱਚ ਇੱਕ ਐਂਪਰਰ ਨੂੰ, ਇੱਕ ਬਾਦਸ਼ਾਹ ਨੂੰ ਵੀ ਛੋਟ ਨਹੀਂ ਹੈ, ਉੱਥੇ ਕਿਸੇ ਨੂੰ ਵੀ ਛੋਟ ਨਹੀਂ ਹੋਣੀ ਚਾਹੀਦੀ। ਔਰ ਅਸੀਂ ਅੱਜ ਅਗਰ ਆਪਾਂ ਆਪਣੀ ਹਾਲਾਤ ਵੇਖੀਏ ਤਾਂ ਅਸੀਂ ਜਿਨ੍ਹਾਂ ਨੂੰ ਕੋਈ ਗਲੀ ਦੇ 3 ਬੰਦੇ ਵੀ ਨਹੀਂ ਜਾਣਦੇ ਹੁੰਦੇ ਨਾ, ਅਸੀਂ ਉਹਨਾਂ ਨੂੰ ਵੀ ਬਾਦਸ਼ਾਹ ਬਣਾ ਲਿਆ। ਉਹਨਾਂ ਦੇ ਲਈ ਵੀ ਅਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਵਿਸ਼ੇਸ਼ ਪ੍ਰਬੰਧ ਕਰਦੇ ਹਾਂ ਜੀ, ਅੱਜ ਫਲਾਣਾ ਆ ਰਿਹਾ ਜੀ, ਅੱਜ ਢਮਕਾਣਾ ਆ ਰਿਹਾ। ਸੋ ਵਾਟ, ਕੋਈ ਵੀ ਆ ਰਿਹਾ ਹੋਵੇ, ਇੱਥੋਂ ਐਲਿਜ਼ਾਬੈਥ ਜਾਂਦੀ ਆ ਉੱਥੇ ਤਾਂ ਬਕਾਇਦਾ ਉਹਦੇ ਵਾਸਤੇ ਰੈੱਡ ਕਾਰਪੇਟ। ਵਾਏ, ਕਿਉਂ? ਕਿ ਉਹ ਸਿਰਫ ਰੈੱਡ ਕਾਰਪੇਟ ਉੱਥੇ ਅਗਰ ਹੋ ਸਕਦਾ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਾਸਤੇ। ਜੇ ਉੱਥੇ ਕਿਸੇ ਦੇ ਲਈ ਕੋਈ ਵਿਸ਼ੇਸ਼ ਚੀਜ਼ ਹੋ ਸਕਦੀ ਹੈ ਤਾਂ ਸਿਰਫ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ, ਹੋਰ ਕਿਸੇ ਲਈ ਨਹੀਂ। ਔਰ ਇਹ ਗੱਲ ਸਾਨੂੰ ਸਮਝਣੀ ਪਊਗੀ। ਮੈਂ ਬਾਰ-ਬਾਰ ਬੇਨਤੀ ਕਰਦੀ ਹਾਂ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਕਿ ਆਪ ਜੀ ਅਗਰ ਕਿਸੇ ਨੂੰ ਜਵਾਬਦੇਹ ਹੋ ਤਾਂ ਉਹ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਵਾਬਦੇਹ ਹੋ। ਔਰ ਅਸੀਂ ਇਹ ਮਤ ਭੁੱਲੀਏ, ਇਹ ਨਾ ਸੋਚੀਏ ਕਿ ਸਾਡੀ ਇੱਥੇ ਇੱਟ ਲੱਗੀ ਆ ਤੇ ਅਸੀਂ ਕਦੀ ਜਾਣਾ ਹੀ ਨਹੀਂ, ਜਾਂ ਸਾਨੂੰ ਕਦੀ ਕਿਸੇ ਨੇ ਪੁੱਛਣਾ ਹੀ ਨਹੀਂ। ਮਹਾਰਾਜ ਪੁੱਛਣਗੇ ਤੇ ਜਦੋਂ ਉਹ ਪੁੱਛਣਗੇ ਸਾਡੇ ਕੋਲ ਜਵਾਬ ਹੋਣੇ ਨਹੀਂ।
ਘੱਟੋ ਘੱਟ ਆਪਣੇ ਜਿੰਨਾ ਕੁ ਸਾਡੇ ਪੱਲੇ ਉਹਨਾਂ ਕੁ ਆਪਣਾ ਕੰਮ ਕਰਦੇ ਰਹੀਏ। ਭਾਵੇਂ ਇੱਕ ਜਾਣਾ ਵੀ ਜਦੋਂ ਕੋਈ ਕਿਸੇ ਵੀ ਗੁਰਦੁਆਰੇ ਦੇ ਵਿੱਚ ਕੋਈ ਖਾਸ ਪ੍ਰਬੰਧ ਕਰਦਾ ਕਿਸੇ ਇੱਕ ਬੰਦੇ ਵਾਸਤੇ ਕਿ ਆ ਫਲਾਣਾ ਆ ਰਿਹਾ, ਚਾਹੇ ਇੱਕ ਬੰਦਾ ਵੀ ਅੜ ਜਾ ਕਰੋ ਕਿ ਨਹੀਂ ਇਹ ਮੇਰੇ ਗੁਰੂ ਦਾ ਸਿਧਾਂਤ ਹੀ ਨਹੀਂ ਆ, ਅਸੀਂ ਕਿਸੇ ਵਾਸਤੇ ਕੋਈ ਖਾਸ ਪ੍ਰਬੰਧ ਨਹੀਂ ਕਰਾਂਗੇ। ਜੈਸੀ ਬਾਕੀ ਸੰਗਤ ਹੈ ਵੈਸੇ ਹੀ ਇਹ ਸੰਗਤ ਨੇ, ਔਰ ਸੰਗਤ ਰੂਪ ਦੇ ਵਿੱਚ ਆਉਣ ਮੋਸਟ ਵੈਲਕਮ ਹੈ। ਇੱਕ ਜਣਾ ਵੀ ਅੜ ਜਾ ਕਰੋ, ਯਕੀਨ ਮੰਨਿਓ ਜੇ ਹੋ ਸਕਦਾ ਤੁਹਾਨੂੰ ਉਸ ਸਮੇਂ ਜਿਹੜੀ ਕਮੇਟੀ ਆ ਉਹ ਤੁਹਾਨੂੰ ਉਹਦੇ 'ਚੋਂ ਕੱਢ ਦੇ, ਪਰ ਗੁਰੂ ਮਹਾਰਾਜ ਦੇ ਦਰ ਦੇ ਉੱਤੇ ਤੁਸੀਂ ਪ੍ਰਵਾਨ ਹੋਵੋਗੇ। ਔਰ ਇਹ ਮੈਂ ਆਪਣੇ ਆਪ ਦੇ ਉੱਤੇ ਮੈਂ ਪੂਰੀ ਜੀਂਦੀ ਜਾਗਦੀ ਮਿਸਾਲ ਹਾਂ ਕਿ ਜਦੋਂ ਗੁਰੂ ਮਹਾਰਾਜ ਦੇ ਘਰੋਂ ਤੁਹਾਨੂੰ ਮਿਲਦਾ ਹੈ ਨਾ ਤੇ ਝੋਲੀ ਛੋਟੀ ਪੈ ਜਾਂਦੀ ਹੈ। ਜਦੋਂ ਇਹਨਾਂ ਲੋਕਾਂ ਦੇ ਘਰਾਂ 'ਚੋਂ ਆਪਾਂ ਮੰਗਣ ਜਾਂਦੇ ਹਾਂ ਉਹ ਦਿੰਦੇ ਵੀ ਕੁਛ ਨਹੀਂ, ਬੇਇੱਜ਼ਤੀ ਪੱਲੇ ਪਾਉਂਦੇ ਆ। ਤੇ ਮਹਾਰਾਜ ਜਦੋਂ ਦਿੰਦੇ ਨੇ ਤੇ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਪਾਤਸ਼ਾਹ ਮੇਰੀ ਤਾਂ ਝੋਲੀ ਵੀ ਐਡੀ ਨਹੀਂ ਜਿੰਨਾ ਤੂੰ ਦੇਈ ਜਾਂਦਾ। ਔਰ ਇਹ ਗੱਲ ਸੱਚ ਜੇ, ਸੱਚ ਜਾਣਿਓ ਜੇ ਇਹ ਗੱਲ। ਖੈਰ ਆਪਾਂ ਅੱਗੇ ਚੱਲਦੇ ਹਾਂ। ਸੋ ਇਹ ਜਦੋਂ ਅਕਬਰ ਦੀ ਜਿਹੜੀ ਆਪਾਂ ਗੱਲ ਨੂੰ ਸਮਝਾਂਗੇ ਤਾਂ ਸਾਨੂੰ ਬਕਾਇਦਾ ਗੁਰੂ ਨਾਨਕ ਪਾਤਸ਼ਾਹ ਦੇ ਉਸ ਜਨੇਊ ਨਾ ਪਾਉਣ ਦੀ ਜਿਹੜੀ ਪਹਿਲੀ ਗੱਲ ਉਹ ਕਰਦੇ ਨੇ ਕਿ ਇਹ ਕਿਉਂ ਹੈ, ਤਾਂ ਹਿੰਦੂ ਧਰਮ ਦੇ ਵਿੱਚ ਆਉਣ ਕਰਕੇ, ਕਿਉਂਕਿ ਕੋਈ ਵੱਡਾ ਹਿੰਦੂ ਧਰਮ ਦੀ ਗੱਲ ਨਹੀਂ ਹੈ। ਗੱਲ ਸਿਰਫ ਇੰਨੀ ਹੈ ਕਿ ਕਿਉਂਕਿ ਉਸ ਧਾਗੇ ਦੇ ਨਾਲ ਇੱਕ ਡਿਵੀਜ਼ਨ ਪੈਦਾ ਹੋ ਜਾਂਦੀ ਹੈ, ਜਨੇਊ ਦੇ ਨਾਲ ਇੱਕ ਡਿਵੀਜ਼ਨ ਪੈਦਾ ਹੁੰਦੀ ਹੈ। ਕੁਝ ਲੋਕ ਜਨੇਊ ਪਾ ਸਕਦੇ ਨੇ, ਕੁਝ ਨਹੀਂ ਪਾ ਸਕਦੇ। ਜੋ ਨਹੀਂ ਪਾ ਸਕਦੇ ਉਹ ਸ਼ੂਦਰ ਨੇ, ਉਹ ਕਮਜ਼ੋਰ ਨੇ। ਔਰ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਐਸੀ ਕੋਈ ਗੱਲ ਨਹੀਂ। ਇਸ ਕਰਕੇ ਗੁਰੂ ਮਹਾਰਾਜ ਦਾ ਜਦੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਸਮਝਾਂਗੇ ਤਾਂ ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਉਹ ਅਕਬਰ ਦੇ ਨਾਲ ਇਸ ਤਰੀਕੇ ਨਾਲ ਉਹਨੂੰ ਕਹਿੰਦੇ ਨੇ ਕਿ ਪਹਿਲੇ ਪੰਗਤ ਪਾਛੇ ਸੰਗਤ, ਫਿਰ ਸਾਨੂੰ ਇਹ ਸਿਧਾਂਤ ਸਮਝ ਆਊਗਾ ਕਿ ਇਹ ਗੁਰੂ ਨਾਨਕ ਦੇ ਹੀ ਪੂਰਨੇ ਸੀ। ਉਸੇ ਚੀਜ਼ ਨੂੰ ਕੰਟੀਨਿਊ ਕਰਦੇ ਹੋਏ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਗੋਇੰਦਵਾਲ ਸਾਹਿਬ ਦੇ ਵਿੱਚ ਬੌਲੀ ਦੀ ਉਸਾਰੀ ਕਰਦੇ ਨੇ ਤਾਂ ਉਹ ਵੀ ਕੀ ਹੈ, ਉਹ ਵੀ ਸਮਾਜਿਕ ਇਕੁਐਲਿਟੀ ਦੀ ਗੱਲ ਹੈ। ਕਿਉਂਕਿ ਗੁਰੂ ਪਾਤਸ਼ਾਹ ਉਸ ਸਮੇਂ ਜੋ ਉਸ ਸਮੇਂ ਸੁਸਾਇਟੀ ਦਾ ਢਾਂਚਾ ਹੈ ਤਾਂ ਉੱਥੇ ਖੂਹਾਂ ਦੇ ਉੱਤੇ, ਕਿਉਂਕਿ ਪਾਣੀ ਵੀ ਖੂਹ ਤੋਂ ਹੀ ਲਿਆ ਜਾਂਦਾ ਸੀਗਾ, ਤਾਂ ਖੂਹ ਦੇ ਉੱਤੇ ਜਿਹੜੇ ਕੁਛ ਖੂਹ ਹੋਇਆ ਕਰਦੇ ਸੀਗੇ ਜਿੱਥੇ ਜਿਹੜੇ ਸਿਰਫ ਸ਼ੂਦਰਾਂ ਲਈ ਹੁੰਦੇ ਸੀ, ਕੁਛ ਸਿਰਫ ਬ੍ਰਾਹਮਣਾਂ ਲਈ ਹੁੰਦੇ ਸੀ। ਸ਼ੂਦਰ ਜਿਹੜਾ ਹੈ ਉਹ ਖਤਮ ਤਾਂ ਹੋ ਸਕਦਾ, ਉਹ ਮਰ ਤਾਂ ਸਕਦਾ ਬਿਨਾਂ ਪਾਣੀ ਦੇ, ਪਰ ਉਹ ਬ੍ਰਾਹਮਣ ਦੇ ਖੂਹ ਤੇ ਚੜ੍ਹ ਨਹੀਂ ਸਕਦਾ। ਔਰ ਇਹਦੇ ਉੱਤੇ ਬਕਾਇਦਾ ਨਾਵਲ ਲਿਖੇ ਹੋਏ ਨੇ। ਇਹ ਕੋਈ ਮੇਰੇ ਵੱਲੋਂ ਮੈਂ ਆਪਣੇ ਮਨੋਂ ਕੋਈ ਗੱਲ ਨਹੀਂ ਬਣਾ ਕੇ ਦੱਸ ਰਹੀ, ਬਕਾਇਦਾ ਫਿਲਮਸ ਹੈ, ਬਕਾਇਦਾ ਨਾਵਲਸ ਨੇ, ਔਰ ਇਹ ਹਿਸਟੋਰੀਕਲ ਫੈਕਟ ਨੇ ਕਿ ਖੂਹ ਜਿਹੜੇ ਨੇ ਉਹ ਡਿਵੀਜ਼ਨ ਹੁੰਦੀ ਸੀਗੀ। ਉੱਚੇ ਦੇ ਖੂਹ ਦੇ ਉੱਤੋਂ ਨੀਵਾਂ ਪਾਣੀ ਨਹੀਂ ਸੀ ਭਰ ਸਕਦਾ, ਸੋ ਕਾਲਡ ਉੱਚੇ ਦੇ ਖੂਹ ਦੇ ਉੱਤੋਂ ਨੀਵਾਂ ਪਾਣੀ ਨਹੀਂ ਸੀ ਭਰ ਸਕਦਾ। ਔਰ ਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਤੀਸਰੇ ਨਾਨਕ ਹੁੰਦੇ ਹੋਏ ਉਹ ਕੀ ਕਰਦੇ ਨੇ ਕਿ ਉਹ ਬੌਲੀ ਉਸਾਰਦੇ ਨੇ ਗੋਇੰਦਵਾਲ ਸਾਹਿਬ ਦੇ ਵਿੱਚ, ਔਰ ਉਸ ਬੌਲੀ ਨੂੰ ਉਹ ਸਾਰਿਆਂ ਲਈ ਖੋਲ੍ਹ ਦਿੰਦੇ ਨੇ। ਉੱਥੇ ਸ਼ੂਦਰ ਵੀ ਆਉਣਗੇ, ਉੱਥੇ ਬ੍ਰਾਹਮਣ ਨੇ ਵੀ ਅਗਰ ਗੁਰੂ ਮਹਾਰਾਜ ਦੀ ਸੰਗਤ ਕਰਨੀ ਹੈ ਤਾਂ ਉਹਦੇ ਵਾਸਤੇ ਬੌਲੀ ਉਹ ਵੀ ਖੁੱਲ੍ਹੀ ਹੈ। ਉੱਥੇ ਕਿਸੇ ਨੂੰ ਸਿਰਫ ਇਸ ਕਰਕੇ ਕਿ ਤੇਰੀ ਜਾਤ ਸੋ ਕਾਲਡ ਨੀਵੀਂ ਜਾਂ ਸੋ ਕਾਲਡ ਉੱਚੀ ਹੈ, ਇਸ ਦਾ ਕੋਈ ਉੱਥੇ ਛੂਆ-ਛੂਤ ਕੋਈ ਐਸੀ ਗੱਲ ਨਹੀਂ ਹੁੰਦੀ। ਬੌਲੀ ਉਸਾਰ ਦੇਣਾ ਇੱਕ ਐਸਾ ਖੂਹ, ਮੈਂ ਇਹਨੂੰ ਇਸ ਤਰੀਕੇ ਨਾਲ ਦੇਖਦੀ ਹਾਂ, ਉਸਾਰ ਦੇਣਾ ਜਿੱਥੇ ਕੋਈ ਵੀ ਜਾਊਗਾ ਔਰ ਉੱਥੋਂ ਪਾਣੀ ਲੈ ਸਕਦਾ, ਇਸ਼ਨਾਨ ਕਰ ਸਕਦਾ। ਐਸੀ ਗੱਲ ਜਿਹੜੀ ਸੀਗੀ ਉਹ ਉਸ ਸਮੇਂ ਦੀ ਜਿਹੜਾ ਇੱਕ ਸਮਾਜਿਕ ਢਾਂਚਾ ਸੀ ਉਹਦੇ ਉੱਤੇ ਬਹੁਤ ਵੱਡਾ ਇੱਕ ਬਲੋ ਸੀ, ਇੱਕ ਵਾਰ ਸੀ। ਹੁਣ ਜਦੋਂ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਕੰਟੀਨਿਊਟੀ ਵਿੱਚ ਦੇਖਦੇ ਹਾਂ ਤਾਂ ਗੁਰੂ ਨਾਨਕ ਤੋਂ ਹੀ ਸ਼ੁਰੂ ਕੀਤਾ ਕਿ ਸਮਾਜਿਕ ਇਕੁਐਲਿਟੀ ਦੀ ਗੱਲ, ਔਰ ਜਿਹੜੀਆਂ ਐਸੀਆਂ ਕੂੜ ਚੀਜ਼ਾਂ ਨੇ ਕਿ ਜਿਹਦੇ ਵਿੱਚ ਕੁਛ ਇਨਸਾਨ ਜ਼ਿਆਦਾ ਵੱਡੇ ਨੇ, ਕੁਛ ਨੀਵੇਂ ਨੇ, ਇਹਨਾਂ ਨੂੰ ਹੀ ਤੋੜਨ ਦਾ ਜਿਹੜਾ ਇੱਕ ਰਵੱਈਆ ਹੈ, ਔਰ ਜਾਂ ਇਹਨੂੰ ਕਹਿ ਲਈ ਉਹਦੀ ਕੰਟੀਨਿਊਟੀ ਹੈ, ਉਹ ਗੁਰੂ ਅਮਰਦਾਸ ਪਾਤਸ਼ਾਹ ਕਰ ਰਹੇ ਨੇ। ਪਹਿਲਾਂ ਉਹ ਮੰਜੇ ਤੇ ਪੀੜ੍ਹੀਆਂ ਬਰਾਬਰ ਉਸਾਰਦੇ ਨੇ, ਫਿਰ ਉਹ ਬਕਾਇਦਾ ਜਿਹੜੀ ਹੈ ਪੰਗਤ ਦੀ ਰੀਤ ਜਿਹੜੀ ਆ ਉਹਨੂੰ ਬਕਾਇਦਾ ਇੱਕ ਔਰਗਨਾਈਜੇਸ਼ਨਲ ਫਾਰਮ ਦੇ ਵਿੱਚ ਦੇ ਦਿੰਦੇ ਨੇ, ਔਰ ਉਸ ਤੋਂ ਬਾਅਦ ਜਿਹੜੀ ਉਹ ਬੌਲੀ ਉਸਾਰੀ ਜਾਂਦੀ ਹੈ ਉਹਦੇ ਵਿੱਚ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਮੈਸੇਜ ਕੋਡ ਕੀਤਾ ਗਿਆ। ਹੁਣ ਗੁਰੂ ਨਾਨਕ ਨੇ ਜਿਨ੍ਹਾਂ ਗੱਲਾਂ ਨੂੰ ਉਚਾਰਿਆ ਸੀ, ਜਿਨ੍ਹਾਂ ਗੱਲਾਂ ਨੂੰ ਬੋਲਿਆ ਸੀ ਕਿ ਮੈਂ ਆਹ ਨਹੀਂ ਕਰੂੰਗਾ, ਇੱਦਾਂ ਨਹੀਂ ਹੋਊਗਾ, ਮੈਂ ਹਿੰਦੂ ਧਰਮ ਦਾ ਪਾਠ ਕਿਉਂ ਨਹੀਂ ਹਾਂ, ਮੈਂ ਕਿਉਂ ਇਸ ਧਰਮ ਨੂੰ ਕਬੂਲ ਨਹੀਂ ਕਰਦਾ, ਕਿਉਂ ਮੈਂ ਇੱਕ ਵੱਖਰਾ ਜਿਹੜਾ ਤੀਸਰ ਪੰਥ ਨਿਰਾਲਾ ਪੰਥ ਸ਼ੁਰੂ ਕਰਦਾ, ਉਹ ਕਿਉਂ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਦੋਂ ਆਪਾਂ ਗੁਰੂ ਅਮਰਦਾਸ ਮਹਾਰਾਜ ਦੇ ਤੱਕ ਆਉਂਦੇ ਹਾਂ ਤਾਂ ਸਾਨੂੰ ਸਮਝ ਆਉਂਦੀ ਆ ਕਿ ਹੁਣ ਗੁਰੂ ਅਮਰਦਾਸ ਮਹਾਰਾਜ ਨੇ ਉਹਨਾਂ ਨੂੰ ਬਕਾਇਦਾ ਇੱਕ ਜਥੇਬੰਦਕ ਢਾਂਚੇ ਦੇ ਵਿੱਚ ਢਾਲ ਦਿੱਤਾ ਹੈ। ਉਹ ਬਕਾਇਦਾ ਹੁਣ ਦ੍ਰਿੜ ਹੋ ਗਈਆਂ ਨੇ, ਕਿਉਂਕਿ ਗੁਰੂ ਨਾਨਕ ਚੈਲੰਜ ਕਰਦੇ ਨੇ। ਗੁਰੂ ਨਾਨਕ ਦਾ ਅਕਸਰ ਕਿਹਾ ਜਾਂਦਾ ਕਿ ਉਹਨਾਂ ਨੇ ਬੇਦੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਸੀ। ਨਹੀਂ ਜੀ, ਉਹਨਾਂ ਦਾ ਬੇਦੀ ਦੇ ਨਾਲ ਵਿਆਹ ਨਹੀਂ ਸੀ ਹੋਇਆ।
ਗੁਰੂ ਨਾਨਕ ਪਾਤਸ਼ਾਹ ਔਰ ਅੱਜ ਵੀ ਅਸੀਂ ਉਹ ਬਟਾਲੇ ਤੋਂ, ਕਿਉਂਕਿ ਮੈਂ ਬਟਾਲੇ ਤੋਂ ਹਾਂ, ਤੇ ਬਟਾਲੇ ਅੱਜ ਵੀ ਉਹ ਕੰਧ ਹੈਗੀ ਆ, ਤੇ ਉਹ ਕੰਧ ਦੀ ਜਿਹੜੀ ਗੱਲ ਹੈ ਕਿ ਉੱਥੇ ਉਹ ਬਕਾਇਦਾ ਇੱਕ ਕੌਨਸਪੀਰੇਸੀ ਸੀ, ਕਿਉਂਕਿ ਗੁਰੂ ਨਾਨਕ ਨੇ ਇਹ ਪਹਿਲਾਂ ਹੀ ਕਹਿਤਾ ਸੀ ਕਿ ਅੱਗ ਮੇਰਾ ਇਸ਼ਟ ਨਹੀਂ, ਕਿਉਂਕਿ ਜਦੋਂ ਬੇਦੀ ਦੇ ਨਾਲ ਫੇਰੇ ਲੈਂਦੇ ਨੇ ਤਾਂ ਬਕਾਇਦਾ ਅਗਨੀ ਨੂੰ ਇਸ਼ਟ ਮੰਨ ਕੇ ਲੈ ਜਾਂਦੇ ਨੇ। ਤਾਂ ਗੁਰੂ ਨਾਨਕ ਕਹਿ ਦਿੰਦੇ ਨੇ ਕਿ ਮੇਰਾ ਇਸ਼ਟ ਜੋ ਹੈ ਉਹ ਅਕਾਲ ਪੁਰਖ ਹੈ, ਮੇਰਾ ਇਸ਼ਟ ਕੋਈ ਅਗਨੀ ਨਹੀਂ। ਔਰ ਜਦੋਂ ਉਹਨਾਂ ਦੇ ਫੇਰੇ ਵੀ ਹੁੰਦੇ ਨੇ ਤਾਂ ਉਹ ਬਕਾਇਦਾ ਮੂਲ ਮੰਤਰ ਨੂੰ ਸਾਕਸ਼ੀ ਰੱਖ ਕੇ, ਅਕਾਲ ਪੁਰਖ ਨੂੰ ਸਾਕਸ਼ੀ ਰੱਖ ਕੇ 4 ਫੇਰੇ ਲੈਂਦੇ ਨੇ। ਔਰ ਆਪਣਾ ਜਿਹੜਾ ਕਿਉਂਕਿ ਉਹਨਾਂ ਦਾ ਇਸ਼ਟ ਜੋ ਹੈ ਉਹ ਅਕਾਲ ਪੁਰਖ ਹੈ, ਔਰ ਬਕਾਇਦਾ ਉੱਥੇ ਕੀਰਤਨ ਹੁੰਦਾ। ਇਹ ਫਿਰ ਮੈਂ ਆਪਣੇ ਕੋਲੋਂ ਨਹੀਂ ਕਹਿ ਰਹੀ, ਇਹ ਬਕਾਇਦਾ ਜਨਮ ਸਾਖੀਆਂ ਦੇ ਵਿੱਚ ਆਉਂਦਾ। ਗੁਰੂ ਨਾਨਕ ਸਾਹਿਬ ਦੀ ਮਿਹਰਬਾਨ ਦੀ ਜਨਮ ਸਾਖੀ ਪ੍ਰਿੰਸੀਪਲ ਸਤਬੀਰ ਸਿੰਘ ਹੁਣਾਂ ਨੇ ਜਿਹੜੀ ਜੋ ਟਰਾਂਸਲੇਟ ਕੀਤੀ ਆ, ਜਾਂ ਇਹ ਕਹਿ ਲਈਏ ਕਿ ਐਡਿਟ ਕੀਤੀ ਆ, ਅਤੇ ਉਹਦੇ ਵਿੱਚ ਇਹ ਗੱਲ ਸਾਨੂੰ ਸਾਹਮਣੇ ਆਉਂਦੀ ਹੈ। ਉਹਨਾਂ ਨੇ ਵੀ ਇਸ ਦਾ ਹਵਾਲਾ ਦਿੱਤਾ। ਹੋਰ ਵੀ ਕਈ ਪੁਰਾਤਨ ਸਰੋਤ ਐਸੇ ਨੇ ਜਿਨ੍ਹਾਂ ਤੋਂ ਇਸ ਗੱਲ ਦਾ ਹਵਾਲਾ ਸਾਨੂੰ ਮਿਲ ਜਾਂਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਬੇਦੀ ਦੇ ਨਾਲ ਬਿਲਕੁਲ ਵੀ ਫੇਰੇ ਨਹੀਂ ਸੀ ਲਏ, ਔਰ ਇਹੀ ਕਾਰਨ ਸੀ ਕਿਉਂਕਿ ਨਾ ਤਾਂ ਉਹਨਾਂ ਨੇ ਬੇਦੀ ਨਾਲ ਫੇਰੇ ਲੈਣੇ, ਨਾ ਉਹਨਾਂ ਨੇ 7 ਫੇਰਿਆਂ ਦੇ ਜਿਹੜੇ ਮੰਤਰ ਹੈ ਉਹ ਉਚਾਰਨ ਕਰਾਉਣੇ ਆ। ਇਸੇ ਕਰਕੇ ਔਰ ਜਿਹੜੀ ਉਹ ਇੱਕ ਕੰਧ ਦੀ ਗੱਲ ਸੀ ਨਾ ਕਿ ਇੱਕ ਸ਼ੁਗਲ ਮੇਲਾ ਕੀਤਾ ਸੀ ਜੀ, ਕਿ ਉਹਨਾਂ ਦੀਆਂ ਸਾਲੀਆਂ ਨੇ ਸ਼ੁਗਲ ਕੀਤਾ ਸੀਗਾ ਕਿ ਉਹ ਗੁਰੂ ਨਾਨਕ ਬੈਠਣਗੇ। ਤੁਸੀਂ ਖੁਦ ਸੋਚੋ, ਤੁਸੀਂ ਆਪ ਸਿਆਣੇ ਹੋ, ਐਸੇ ਕਿਹੜੀ ਸ਼ੁਗਲ ਹੋ ਸਕਦਾ ਹੈ, ਜਾਂ ਐਸੀ ਕਿਹੜੀਆਂ ਸਾਲੀਆਂ ਹੋਣਗੀਆਂ ਜੋ ਆਪਣੇ ਜੀਜੇ ਨੂੰ, ਹੈ ਨਾ, ਜਦੋਂ ਉਹ ਬਕਾਇਦਾ ਵਿਆਹ 'ਤੇ ਆਇਆ, ਜਦੋਂ ਵਿਆਹੁਣ ਆਇਆ ਉਹਨਾਂ ਦੀ ਭੈਣ ਨੂੰ, ਤਾਂ ਉਹ ਸ਼ੁਗਲ ਦੇ ਵਿੱਚ ਆ ਕੇ ਤੇ ਉਹਨਾਂ 'ਤੇ ਕੰਧ ਸੁੱਟਣ ਦੀ ਕੋਸ਼ਿਸ਼ ਕਰਨਗੀਆਂ। ਉਸ ਕੰਧ ਦੇ ਵਿੱਚ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਆਪਾਂ ਇਹਨਾਂ ਗੱਲਾਂ ਨੂੰ ਸਮਝੀਏ ਕਿ ਇੱਦਾਂ ਕਦੀ ਹੋ ਸਕਦਾ। ਤੁਸੀਂ ਹਰ ਤਰ੍ਹਾਂ ਦੇ ਅੱਜ ਕੱਲ੍ਹ ਤਾਂ ਹੁਣ ਵਿਆਹਾਂ ਦੇ ਉੱਤੇ ਸਗੋਂ ਜ਼ਿਆਦਾ ਸ਼ੁਗਲ ਮੇਲੇ ਚੱਲਣ ਲੱਗ ਗਏ ਹੈ। ਕਿਆ ਅਸੀਂ ਕਦੀ ਕਿਸੇ ਨੂੰ ਇਹ ਕਹਿ ਸਕਦੇ ਹਾਂ ਕਿ ਚਲੋ ਜੀ ਅੱਜ ਵਿਆਹ ਵਾਲੇ ਮੁੰਡੇ ਨੂੰ ਆਪਾਂ ਕੋਠੇ ਤੋਂ ਧੱਕਾ ਮਾਰ ਦਈਏ ਕਿਉਂਕਿ ਸ਼ੁਗਲ ਕਰਨਾ? ਇੱਦਾਂ ਹੋ ਸਕਦਾ? ਨਹੀਂ ਨਾ। ਇਹ ਤਾਂ ਕਾਮਨ ਸੈਂਸ ਹੈ। ਉਹ ਬਕਾਇਦਾ ਜਿਹੜੀ ਉਹ ਕੰਧ ਸੁੱਟਣ ਵਾਲੀ ਗੱਲ ਸੀਗੀ, ਉਹ ਕੌਨਸਪੀਰੇਸੀ ਸੀ ਕਿ ਅਗਰ ਇਹਨਾਂ ਨੂੰ ਇਸ ਤਰੀਕੇ ਨਾਲ ਹੀ ਇੱਕ ਕੌਨਸਪੀਰੇਸੀ ਦੇ ਵਿੱਚ ਇਹਨਾਂ ਨੂੰ ਖ਼ਤਮ ਕਰ ਦਿੱਤਾ ਜਾਵੇ, ਕਿਉਂਕਿ ਗੁਰੂ ਨਾਨਕ ਨੇ ਉਹਨਾਂ ਦੀ ਕੱਲੀ ਚੀਜ਼ ਨੂੰ ਚੈਲੰਜ ਕੀਤਾ ਸੀਗਾ, ਹਰ ਇੱਕ ਚੀਜ਼ ਨੂੰ ਚੈਲੰਜ ਕੀਤਾ ਸੀ। ਸੋ ਉਹ ਜਦੋਂ ਉਹੋ ਜਿਹੀ ਗੱਲ ਆਪਣੇ ਕੋਲ ਸਾਹਮਣੇ ਆਉਂਦੀ ਆ ਕਿ ਉਹ ਉਦੋਂ ਗੁਰੂ ਨਾਨਕ ਪਾਤਸ਼ਾਹ ਇਸ ਗੱਲ ਨੂੰ ਮਨਾ ਕਰਦੇ ਨੇ ਕਿ ਮੈਂ ਬੇਦੀ ਦੇ ਨਾਲ ਫੇਰੇ ਨਹੀਂ ਲੈਣੇ। ਹੁਣ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਪਾਤਸ਼ਾਹ, ਉਹਨਾਂ ਦਾ ਵਿਆਹ ਆਲਰੇਡੀ ਹੋ ਚੁੱਕਾ ਸੀ, ਸਾਨੂੰ ਸਾਰਿਆਂ ਨੂੰ ਪਤਾ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਬਹੁਤ ਆਪਣੇ ਬਿਰਧ ਅਵਸਥਾ ਦੇ ਵਿੱਚ ਹੀ ਆਉਂਦੇ ਨੇ। ਪਰ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਨਾਨਕ ਦੀ ਹੀ ਗੱਲ ਨੂੰ ਅੱਗੇ ਤੋਰਦੇ ਹੋਏ ਬਕਾਇਦਾ ਇਹ ਕਹਿ ਦਿੰਦੇ ਨੇ ਕਿ ਹੁਣ ਜਿਹੜੇ ਸਿੱਖਾਂ ਦੀਆਂ ਆਪਣੀਆਂ ਪਰੰਪਰਾਵਾਂ ਹੋਣਗੀਆਂ, ਸਿੱਖਾਂ ਦੇ ਜਿਹੜੇ ਜਨਮ, ਮਰਨ, ਵਿਆਹ ਸਾਰੇ ਜਿਹੜੇ ਹੈ ਉਹ ਸਿੱਖ ਰਵਾਇਤਾਂ ਦੇ ਮੁਤਾਬਕ ਹੋਣਗੇ, ਉਹ ਹਿੰਦੂ ਰਵਾਇਤਾਂ ਦੇ ਮੁਤਾਬਕ ਨਹੀਂ ਹੋਣਗੇ। ਔਰ ਸਭ ਤੋਂ ਪਹਿਲਾਂ ਉਹ ਮੁੱਠੂ ਮੁਰਾਰੀ ਜਿਹੜਾ ਕਿ ਜਿਨ੍ਹਾਂ ਨੂੰ ਜਿਹੜੇ ਮੰਜੀਦਾਰ ਵੀ ਹੋਏ ਨੇ, ਉਹਨਾਂ ਦਾ ਵਿਆਹ ਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਬਕਾਇਦਾ ਗੁਰਮਤ ਦੇ ਅੰਡਰ, ਗੁਰਮਤ ਦੇ ਅਧੀਨ ਕਰਦੇ ਨੇ, ਕੀਤਾ ਜਾਂਦਾ ਉਹ ਵਿਆਹ। ਸੋ ਉਸ ਵੇਲੇ ਹੁਣ ਆਪਾਂ ਇਸ ਗੱਲ ਨੂੰ ਮੈਂ ਸਮ ਅਪ ਕਰਾਂ ਤਾਂ ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜੋ ਗੱਲਾਂ ਕੀਤੀਆਂ, ਜੋ ਉਹਨਾਂ ਨੇ ਪੂਰਨੇ ਪਾਏ, ਗੁਰੂ ਅਮਰਦਾਸ ਮਹਾਰਾਜ ਬਕਾਇਦਾ ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਤੱਕ ਬਕਾਇਦਾ ਉਹ ਸਾਰੀਆਂ ਦ੍ਰਿੜ ਹੋ ਗਈਆਂ। ਬਕਾਇਦਾ ਸਿੱਖਾਂ ਨੂੰ ਜਿਹੜੀ ਸਿੱਖਾਂ ਨੇ ਹਿੰਦੂਆਂ ਨਾਲੋਂ ਜਿਹੜਾ ਇੱਕ ਉਹਨਾਂ ਦਾ ਇੱਕ ਵਖਰੇਵਾਂ ਸੀ ਕਿ ਸਾਡੇ ਆਈਡੀਓਲੋਜੀਕਲ, ਜਦੋਂ ਆਪਾਂ ਵਖਰੇਵੇਂ ਦੀ ਗੱਲ ਕਰਦੇ ਹਾਂ ਤਾਂ ਆਪਾਂ ਹੇਟਰਡ ਦੀ ਗੱਲ ਨਹੀਂ ਕਰਦੇ। ਇਹਦਾ ਮਤਲਬ ਇਹ ਬਿਲਕੁਲ ਵੀ ਨਹੀਂ ਕਿ ਸਾਨੂੰ ਹਿੰਦੂਆਂ ਨਾਲ ਨਫ਼ਰਤ ਜਾਂ ਗੁਰੂ ਮਹਾਰਾਜਾਂ ਨੂੰ ਹਿੰਦੂਆਂ ਨਾਲ ਨਫ਼ਰਤ ਸੀ, ਬਿਲਕੁਲ ਨਫ਼ਰਤ ਨਹੀਂ ਸੀ। ਪਰ ਉਹਨਾਂ ਦਾ ਸਿਧਾਂਤਕ ਜਾਂ ਉਹਨਾਂ ਨੂੰ ਕਹਿ ਲਓ ਕਿ ਉਹਨਾਂ ਦੇ ਜਿਹੜਾ ਵਿਚਾਰਧਾਰਕ ਜੋ ਵਖਰੇਵਾਂ ਸੀ ਉਹ ਦ੍ਰਿੜ ਹੋ ਗਿਆ। ਗੁਰੂ ਮਹਾਰਾਜ ਨੇ ਬਕਾਇਦਾ ਕੁਛ ਗੱਲਾਂ ਜਿਹੜੀਆਂ ਨੇ ਉਹ ਦੱਸ ਦਿੱਤੀਆਂ ਕਿ ਸਾਡੇ 'ਚ ਜਾਤ ਪਾਤ ਨਹੀਂ ਹੋਊਗੀ, ਇਸੇ ਲਈ ਬੌਲੀ ਉਸਾਰੀ ਗਈ ਹੈ, ਕਿਉਂਕਿ ਬੌਲੀ ਇੱਕੋ ਹੀ ਜਗ੍ਹਾ ਦੇ ਉੱਤੇ ਸਾਰੇ ਜਿਹੜੇ, ਕਿਉਂਕਿ ਤੁਸੀਂ ਕਹਿੰਦੇ ਆ ਕਿ ਸਾਡੇ ਖੂਹਾਂ ਦੇ ਉੱਤੇ ਨੀਵੀਂ ਜਾਤ ਵਾਲੇ ਆ ਨਹੀਂ ਸਕਦੇ, ਮੈਂ ਉਹ ਖੂਹ ਬਣਾ ਕੇ ਸਾਰਿਆਂ ਦੇ ਲਈ ਸਾਂਝੇ ਕਰ ਦਿੱਤੇ ਆ ਕਿ ਜਿੰਨੇ ਵੀ ਆਉਣਾ ਹੈ, ਜਿਹੜੇ ਵੀ ਇੱਥੇ ਪਾਣੀ ਲੈਣਾ, ਇਸ਼ਨਾਨ ਕਰਨਾ, ਉਹ ਕਰ ਸਕਦਾ, ਸਾਰਿਆਂ ਦੇ ਲਈ ਸਾਂਝਾ ਇੱਕੋ ਹੀ ਬੌਲੀ ਹੈ। ਉਹ ਬਕਾਇਦਾ ਪਾਛੇ ਸੰਗਤ ਦੀ ਗੱਲ ਕਰਦੇ ਨੇ, ਪਹਿਲੇ ਪੰਗਤ ਦੀ ਗੱਲ ਕਰਦੇ ਨੇ ਕਿ ਤੁਹਾਨੂੰ ਪੰਗਤ 'ਚ ਬੈਠਣਾ ਪਊਗਾ, ਕਿਉਂਕਿ ਕੁਛ ਲੋਕ ਐਸੇ ਵੀ ਹੋ ਸਕਦੇ ਜਿਹੜੇ ਕਹਿਣਗੇ ਚਲੋ ਆਪਾਂ ਸੰਗਤ ਘਰ ਆਉਂਦੇ ਹਾਂ, ਪੰਗਤ 'ਚ ਨਾ ਬੈਠਾਂਗੇ। ਉਹ ਕਹਿੰਦੇ ਨਾ, ਪਹਿਲਾਂ ਤੁਹਾਨੂੰ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ ਪਊਗਾ ਔਰ ਉਸ ਤੋਂ ਬਾਅਦ ਹੀ ਮੇਰੇ ਨਾਲ ਆ ਕੇ ਮਿਲ ਸਕਦੇ ਹਾਂ। ਸੋ ਇਹ ਸਾਰੀਆਂ ਗੱਲਾਂ ਆਪਣੇ ਆਪ 'ਚ ਦ੍ਰਿੜ ਹੋਣੀਆਂ ਸ਼ੁਰੂ ਹੋ ਗਈਆਂ ਸੀ, ਔਰ ਇਹੀ ਕਾਰਨ ਹੈ ਕਿ ਬਕਾਇਦਾ ਗੁਰੂ ਘਰ ਦੀ ਜਿਹੜੀ ਹੈ ਸ਼ਿਕਾਇਤ
ਉਹ ਅਕਬਰ ਦੇ ਦਰਬਾਰ ਦੇ ਵਿੱਚ ਜਾਂਦੀ ਹੈ ਔਰ ਉਸੇ ਸ਼ਿਕਾਇਤ ਨੂੰ ਨਜਿੱਠਣ ਦੇ ਲਈ ਜਿਹੜੇ ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਨੂੰ ਭੇਜਿਆ ਜਾਂਦਾ ਹੈ ਕਿ ਤੁਸੀਂ ਜਾ ਕੇ ਨਜਿੱਠ ਕੇ ਆਓ। ਸੋ ਉਸ ਸਮੇਂ ਉਹ ਭਾਈ ਜੇਠਾ ਜੀ ਨੇ, ਹੈ ਨਾ, ਤਾਂ ਭਾਈ ਜੇਠਾ ਜੀ ਨੂੰ ਭੇਜਿਆ ਜਾਂਦਾ ਹੈ ਗੁਰੂ ਅਮਰਦਾਸ ਵੱਲੋਂ ਅਕਬਰ ਦੇ ਦਰਬਾਰ ਦੇ ਵਿੱਚ ਜਵਾਬ ਦੇਣ ਦੇ ਲਈ, ਕਿਉਂਕਿ ਅਕਬਰ ਦੇ ਦਰਬਾਰ ਦੇ ਵਿੱਚ ਹੁਣ ਗੁਰੂ ਘਰ ਦੀਆਂ ਸ਼ਿਕਾਇਤਾਂ ਪਹੁੰਚ ਗਈਆਂ ਕਿ ਇਹ ਨਾ ਤਾਂ ਇਹ ਸਾਡਾ ਸਮਾਜਿਕ ਢਾਂਚਾ ਉਹ ਵੀ ਖਰਾਬ ਕਰ ਰਹੇ ਨੇ, ਕਿਉਂਕਿ ਸਾਡੇ ਵਿੱਚ ਤਾਂ ਊਚ ਨੀਚ ਹੈ ਪਰ ਇਹ ਊਚ ਨੀਚ ਨੂੰ ਸਾਡੇ 'ਚੋਂ ਖ਼ਤਮ ਕਰ ਰਹੇ ਨੇ ਔਰ ਸਾਡੇ ਜਿੰਨੀਆਂ ਵੀ ਰਵਾਇਤਾਂ ਨੇ ਉਹਨਾਂ ਸਾਰਿਆਂ ਦੇ ਅਗੇਂਸਟ ਚੱਲ ਰਹੇ ਨੇ। ਇਸ ਗੱਲ ਦੀ ਸ਼ਿਕਾਇਤ ਅਕਬਰ ਦੇ ਦਰਬਾਰ 'ਚ ਪਹੁੰਚਦੀ ਹੈ। ਸੋ ਇਸੇ ਤੋਂ ਹੀ ਹੁਣ ਆਪਾਂ ਜਦੋਂ ਸਮਝਣਾ ਸ਼ੁਰੂ ਕਰਾਂਗੇ ਤਾਂ ਸਾਨੂੰ ਇਹ ਸਮਝ ਲੱਗੂਗੀ ਕਿ ਗੁਰੂ ਨਾਨਕ ਦੇ ਪੂਰਨਿਆਂ ਦੇ ਉੱਤੇ ਚੱਲਦੇ ਹੋਏ ਗੁਰੂ ਨਾਨਕ ਦੇ ਘਰ ਦੀ ਜਿਹੜੀ ਪਹਿਲੀ ਸ਼ਿਕਾਇਤ ਹੈ ਉਹ ਇਸੇ ਲਈ ਹੀ ਮੁਗਲ ਹਕੂਮਤ ਦੇ ਕੋਲ ਪਹੁੰਚਦੀ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਤਾਂ ਸਾਡਾ ਸਾਰਾ ਜਿਹੜਾ ਇੱਕ ਬਣਤਰ ਹੈ, ਜੋ ਮਨੂ ਸਮ੍ਰਿਤੀ ਹੈ, ਇਹ ਤਾਂ ਉਹਨੂੰ ਹੀ ਖ਼ਤਮ ਕਰ ਰਹੇ ਨੇ, ਇਹ ਤਾਂ ਉਹਨੂੰ ਹੀ ਤੋੜ ਰਹੇ ਨੇ ਔਰ ਉਸੇ ਤਰ੍ਹਾਂ ਦੀਆਂ ਹੀ ਸ਼ਿਕਾਇਤਾਂ ਆਪਾਂ ਅੱਜ ਵੀ ਦੇਖ ਰਹੇ ਹਾਂ। ਖੈਰ, ਗੱਲਾਂ ਅੱਗੇ ਆਪਾਂ ਕਰਦੇ ਰਹਾਂਗੇ। ਅਗਲਾ ਜਿਹੜਾ ਐਪੀਸੋਡ ਹੈ ਉਹ ਕੁਐਸਚਨ ਆਨਸਰ ਸੀਰੀਜ਼ ਦਾ ਹੋਊਗਾ ਔਰ ਉਸ ਤੋਂ ਅਗਲੇ ਐਪੀਸੋਡ ਦੇ ਵਿੱਚ ਆਪਾਂ ਗੁਰੂ ਰਾਮਦਾਸ ਮਹਾਰਾਜ ਦੀ ਲਾਈਫ ਵੱਲ ਜਾਵਾਂਗੇ। ਮੇਰਾ ਬਾਰ-ਬਾਰ ਇੱਕੋ ਤਰ੍ਹਾਂ ਦੀਆਂ ਗੱਲਾਂ ਦੁਹਰਾਉਣ ਦਾ ਮਤਲਬ ਸਿਰਫ ਇਹ ਹੈ ਕਿ ਆਪ ਸਭ ਨੂੰ ਇਹ ਗੱਲ ਸਮਝ ਲੱਗ ਸਕੇ ਕਿ ਇਹ ਸਾਰੀ ਚੀਜ਼ਾਂ ਨੂੰ ਆਪਾਂ, ਇਸ ਪੂਰੇ ਘਟਨਾਕ੍ਰਮ ਨੂੰ ਆਪਾਂ ਇੱਕ ਕੰਟੀਨਿਊਟੀ ਦੇ ਵਿੱਚ ਦੇਖਣਾ ਹੈ। ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਸਵੀਕਾਰ ਕਰਨਾ, ਮੇਰੇ ਕੋਲੇ ਕੋਈ ਵੀ ਭੁੱਲ ਚੁੱਕ ਹੋ ਗਈ ਹੋਵੇ ਮਾफ़ ਕਰਨਾ। ਆਪਣੇ ਜਿਹੜੇ ਵਿਚਾਰ ਨੇ, ਆਪਣੇ ਸਵਾਲ ਜਵਾਬ ਸਾਨੂੰ ਲਿਖ ਕੇ ਜ਼ਰੂਰ ਦਿਆ ਕਰੋ। ਬਕਾਇਦਾ ਕਿਰਦਾਰੇ ਖਾਲਸਾ @akalchannel.tv ਜਿਹੜਾ ਈਮੇਲ ID, ਤੁਸੀਂ ਉਹਦੇ ਉੱਤੇ ਮੈਨੂੰ ਕੋਈ ਵੀ ਆਪਣਾ ਕੁਐਸਚਨ ਹੈ ਜਾਂ ਤੁਹਾਡੇ ਕੋਈ ਵੀ ਵਿਚਾਰ ਨੇ, ਗਿਲੇ ਨੇ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਤੁਸੀਂ ਮੇਰੇ ਨਾਲ ਕਰਨਾ ਚਾਹੁੰਦੇ ਆ ਤਾਂ ਉਹਦੇ 'ਤੇ ਲਿਖਿਆ ਕਰੋ। ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਹਰ ਇੱਕ ਈਮੇਲ ਦਾ ਜਵਾਬ ਜਿਹੜਾ ਉਹ ਛੇਤੀ ਤੋਂ ਛੇਤੀ ਦੇ ਦਿਆਂ। ਸੋ ਤੁਹਾਡੀਆਂ ਈਮੇਲਸ ਦਾ ਮੈਨੂੰ ਇੰਤਜ਼ਾਰ ਰਹੂਗਾ ਜੀ। ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਲਡਸ ਨੰਬਰ 1 ਸਿੱਖ ਮੀਡੀਆ ਅਕਾਲ ਚੈਨਲ ਦਾ ਸਿੱਖੀ ਤੇ ਆਧਾਰਿਤ ਬੇਹੱਦ ਹੀ ਹਰਮਨ ਪਿਆਰਾ ਪ੍ਰੋਗਰਾਮ ਕਿਰਦਾਰੇ ਖਾਲਸਾ ਅਕਾਲ ਚੈਨਲ ਦੇ ਨਾਲ ਹੁਣ ਪੋਡਕਾਸਟ ਦੇ ਹੋਰ ਨੈਟਵਰਕਸ Spotify, Google Podcast, Amazon Audible ਅਤੇ Apple Podcast ਤੇ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਜੀ।